ਸਾਂਝਾ ਟੀਵੀ ਦੇਖ ਰਹੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਖਾਸ ਮੁਲਾਕਾਤ ਵਿੱਚ ਤੁਹਾਡਾ ਸਭਨਾਂ ਦਾ ਸਵਾਗਤ ਕੀਤਾ ਜਾ ਰਿਹਾ ਹੈ। ਅੱਜ ਦੀ ਇਸ ਮੁਲਾਕਾਤ ਦੇ ਵਿੱਚ ਅਸੀਂ ਅੱਜ ਕੈਨੇਡੀਅਨ ਇਮੀਗ੍ਰੇਸ਼ਨ ਦੇ ਮੁਤਲਕ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਾਂਗੇ ਅਤੇ ਅੱਜ ਦੀ ਇਸ ਗੱਲਬਾਤ ਦੇ ਵਿੱਚ ਮੇਰਾ ਸਾਥ ਦੇਣਗੇ CWC ਇਮੀਗ੍ਰੇਸ਼ਨ ਤੋਂ ਅਮਨ ਖਹਿਰਾ ਸਾਹਿਬ। ਆਓ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਅਤੇ ਫਿਰ ਬਹੁਤ ਸਾਰੀਆਂ ਉਹ ਗੱਲਾਂ ਜਿਹੜੀਆਂ ਤੁਸੀਂ ਜਾਣਨੀਆਂ ਚਾਹੁੰਦੇ ਹੋ ਉਹਨਾਂ ਦੇ ਨਾਲ ਕੀਤੀਆਂ ਜਾਣਗੀਆਂ। ਖਹਿਰਾ ਸਾਹਿਬ ਜੀ, ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਸੋ ਮਚ ਬਾਈ ਜੀ, ਔਰ ਤੁਹਾਡੇ ਸਾਰੇ ਜਿਹੜੇ ਵਿਊਅਰਸ ਨੇ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਬਾਈ ਜੀ, ਮੈਨੂੰ ਇਹ ਦੱਸਿਓ, ਸਮੇਂ-ਸਮੇਂ ਤੇ ਕੈਨੇਡੀਅਨ ਇਮੀਗ੍ਰੇਸ਼ਨ ਦੇ ਕਾਨੂੰਨਾਂ ਦੇ ਵਿੱਚ ਤਬਦੀਲੀਆਂ ਹੁੰਦੀਆਂ ਰਹਿੰਦੀਆਂ ਨੇ। ਜੇ ਮੈਂ ਇਹ ਕਹਿ ਦਿਆਂ ਕਿ ਸਭ ਤੋਂ ਵੱਧ ਉਡੀਕਿਆ ਜਾਣ ਵਾਲਾ ਪ੍ਰੋਗਰਾਮ ਹੁੰਦਾ ਜਿਹੜਾ ਵੀ ਕੋਈ ਕੈਨੇਡਾ ਦੇ ਵਿੱਚ ਕਿਸੇ ਵੀ ਮੁਲਕ ਤੋਂ ਆਵੇ, ਉਹਨੂੰ ਹੁੰਦਾ ਕਿ ਮੈਂ ਆ ਗਿਆ, ਮੈਨੂੰ 3 2 4 5 7 ਸਾਲ ਇੱਥੇ ਹੋ ਗਏ, ਹੁਣ ਮੈਂ ਆਪਣੇ ਮਾਪਿਆਂ ਨੂੰ ਬੁਲਾਵਾਂ, ਭੈਣ ਭਰਾਵਾਂ ਨੂੰ ਬੁਲਾਵਾਂ। ਪਰ ਆਹ ਪੈਂਡੈਮਿਕ ਨੇ ਆ ਕੇ ਲਗਭਗ ਉਹਦੇ ਵਿੱਚ ਰੁਕਾਵਟ ਖੜੀ ਕਰ ਦਿੱਤੀ ਸੀ। ਬੀਤੇ ਦਿਨੀ ਅਨਾਉਂਸਮੈਂਟ ਹੋਈ ਹੈ, ਕੀ ਕੁਛ ਹੋਇਆ ਜੀ ਉਹਦੇ 'ਚ? ਜੀ, ਜਿਹੜਾ ਤੁਸੀਂ ਜਿਵੇਂ ਜ਼ਿਕਰ ਕਰ ਰਹੇ ਹੋ, ਆਫਕੋਰਸ ਜਿਹੜਾ ਪੇਰੈਂਟ ਗ੍ਰੈਂਡ ਪੇਰੈਂਟਸ ਦਾ ਪ੍ਰੋਗਰਾਮ ਹੈ, ਸਪਾਂਸਰਸ਼ਿਪ ਦਾ ਪ੍ਰੋਗਰਾਮ ਹੈ, ਉਹ ਬਹੁਤ ਉਡੀਕਿਆ ਜਾਣ ਵਾਲਾ ਪ੍ਰੋਗਰਾਮ ਹੈ। ਰੀਜ਼ਨ ਉਹਦਾ ਸਿੰਪਲ ਇਹ ਹੈਗਾ ਵੀ ਉਹ ਕੈਨੇਡੀਅਨਸ ਦੇ ਜਿਹੜੇ ਪਰਮਾਨੈਂਟ ਰੈਜ਼ੀਡੈਂਟਸ ਨੇ ਉਹਨੂੰ ਡਾਇਰੈਕਟਲੀ ਇੰਪੈਕਟ ਕਰਦਾ, ਇਫੈਕਟ ਕਰਦਾ ਹੈ। ਬਾਕੀ ਕੋਈ ਵੀ ਕੈਟੇਗਰੀ ਹੈ ਕੈਨੇਡੀਅਨ ਇਮੀਗ੍ਰੇਸ਼ਨ ਦੀ, ਉਹ ਇੰਨਾ ਕੈਨੇਡੀਅਨਸ ਉਹਦੇ ਨਾਲ ਇਮੋਸ਼ਨਲੀ ਅਟੈਚ ਨਹੀਂ ਹੈ। ਪੇਰੈਂਟ ਗ੍ਰੈਂਡ ਪੇਰੈਂਟ ਜਿਵੇਂ ਤੁਸੀਂ ਕਿਹਾ ਸੀ ਵੀ ਆਪਣੇ ਖਾਸ ਕਰਕੇ ਜਿਹੜੀ ਫੈਮਿਲੀ ਰੀਯੂਨੀਫਿਕੇਸ਼ਨ ਆਬਜੈਕਟਿਵ ਹੈਗਾ ਇਮੀਗ੍ਰੇਸ਼ਨ ਐਕਟ ਦਾ, ਤੋ ਉਹਦੇ ਵਿੱਚ ਸਭ ਤੋਂ ਜ਼ਰੂਰੀ ਹੈਗਾ ਵੀ ਜੇ ਫੈਮਲੀਜ਼ ਇਕੱਠੀਆਂ ਹੋ ਰਹੀਆਂ ਨੇ, ਆਬਜੈਕਟਿਵ ਦੀ ਡਿਮਾਂਡ ਵੀ ਇਹੀ ਹੈ ਵੀ ਫੈਮਲੀਜ਼ ਇਕੱਠੀਆਂ ਹੋਣ। ਤੋ ਜੇ ਫੈਮਲੀਜ਼ ਇਕੱਠੀਆਂ ਹੋ ਰਹੀਆਂ ਨੇ ਫਿਰ ਹੀ ਜਿਹੜੀ ਕੈਨੇਡੀਅਨਸ ਨੇ ਜਾਂ ਪਰਮਾਨੈਂਟ ਰੈਜ਼ੀਡੈਂਟਸ ਨੇ ਉਹ ਆਪਣੇ ਆਪ ਨੂੰ ਇੱਕ ਜਿਵੇਂ ਐਜ਼ ਅ ਫੈਮਿਲੀ ਯੂਨਿਟ ਇਕੱਠਾ ਹੋ ਕੇ ਕੈਨੇਡਾ ਵਿੱਚ ਰਹਿਣਾ ਪਸੰਦ ਕਰਦੇ ਨੇ, ਐਜ਼ ਸਪੋਜ਼ ਟੂ ਵੀ ਜੇ ਉਹਨਾਂ ਦਾ ਫੈਮਿਲੀ ਮੈਂਬਰ ਕੋਈ ਬਾਹਰ ਰਹਿ ਰਿਹਾ ਤਾਂ ਫਿਰ ਉਹ ਫੈਮਿਲੀ ਜਿਹੜੀ ਆ ਦੋ ਹਿੱਸਿਆਂ 'ਚ ਵੰਡੀ ਜਾਂਦੀ ਹੈ। ਅੱਧੀ ਫੈਮਿਲੀ ਕੈਨੇਡਾ 'ਚ ਹੁੰਦੀ ਹੈ, ਅੱਧੀ ਫੈਮਿਲੀ ਜਿਹੜੀ ਆ ਉਹ ਜਿਹੜੀ ਵੀ ਕੰਟਰੀ ਤੋਂ ਫੋਰਨ ਨੈਸ਼ਨਲ ਮੂਵ ਕਰਦਾ ਉੱਥੇ ਰਹਿ ਜਾਂਦੀ ਹੈ। ਤਾਂ ਉਹਦੀਆਂ ਆਪਣੀਆਂ ਆਪਣੀਆਂ ਦਿੱਕਤਾਂ ਹੁੰਦੀਆਂ ਨੇ। ਪੇਰੈਂਟਸ ਦੀ ਏਜ ਇੱਕ ਬਹੁਤ ਬੜਾ ਮੁੱਦਾ ਹੁੰਦਾ, ਜਿੱਥੇ ਖਾਸ ਕਰਕੇ ਆਪਣੀ ਕਮਿਊਨਿਟੀ ਦੇ ਵਿੱਚ ਜਿਹੜੀ ਸਾਂਭ ਸੰਭਾਲ ਦਾ ਜਿਹੜਾ ਜੁਮਾ ਹੈਗਾ ਉਹ ਜਿਹੜਾ ਵੀ ਫੈਮਿਲੀ ਮੈਂਬਰ ਹੈ ਜਾਂ ਡਾਟਰ ਹੈ ਚਾਹੇ ਸਨ ਹੈ ਉਹਨਾਂ ਦੇ ਉੱਤੇ ਆ ਜਾਂਦਾ, ਖਾਸ ਕਰਕੇ ਸਨ ਦੇ ਉੱਤੇ ਆ ਜਾਂਦਾ ਜਿਹੜੀ ਰਿਸਪੌਂਸਿਬਿਲਿਟੀ ਹੈ। ਸੋ ਜੇ ਪੇਰੈਂਟਸ ਦੂਰ ਰਹਿੰਦੇ ਨੇ ਤਾਂ ਫਿਰ ਉਹ ਇੱਕ ਬਹੁਤ ਬੜਾ ਫੈਕਟਰ ਹੈ ਵੀ ਕੈਨੇਡੀਅਨਸ ਜਦੋਂ ਵੀ ਕਿਸੇ ਪਾਰਟੀ ਨੂੰ ਇਲੈਕਟ ਕਰਦੇ ਨੇ ਤਾਂ ਸਭ ਤੋਂ ਪਹਿਲਾਂ ਉਹ ਦੇਖਦੇ ਨੇ ਵੀ ਕਿਹੜੀ ਪਾਰਟੀ ਦਾ ਏਜੰਡੇ ਦੇ ਉੱਤੇ ਇਹ ਚੀਜ਼ ਹੈਗੀ ਆ ਵੀ ਸਾਡੇ ਜਿਹੜੇ ਪੇਰੈਂਟਸ ਨੇ ਜਾਂ ਗ੍ਰੈਂਡ ਪੇਰੈਂਟਸ ਨੂੰ ਕੈਨੇਡਾ ਲਿਆਉਣ ਲਈ ਕੋਸ਼ਿਸ਼ ਕਰੂਗੀ। ਜਿਹੜੀ ਪਾਰਟੀ ਉਹਨਾਂ ਨੂੰ ਲੱਗਦਾ ਵੀ ਪੇਰੈਂਟਸ ਦੀ ਰੀਯੂਨੀਫਿਕੇਸ਼ਨ ਦੇ ਵਿੱਚ ਕੋਈ ਰੋੜਾ ਅਟਕਾ ਸਕਦੀ ਹੈ ਜਾਂ ਫਿਰ ਲਿਮਿਟ ਕਰ ਸਕਦੀ ਹੈ ਜਾਂ ਫਿਰ ਉਹ ਚਾਹੁੰਦੇ ਨਹੀਂ ਵੀ ਜਿਹੜੀ ਨਾਨ ਇਕਨੋਮਿਕ ਕਲਾਸ ਹੈ ਕੈਨੇਡਾ ਦੇ ਵਿੱਚ ਆਵੇ, ਤਾਂ ਬਹੁਤ ਜ਼ਿਆਦਾ ਵੋਟਸ ਇਨਫਲੂਐਂਸ ਹੁੰਦੀਆਂ ਨੇ ਕੈਨੇਡੀਅਨਸ ਦੀਆਂ ਅਤੇ ਉਹ ਪਾਰਟੀ ਨੂੰ ਜਿਹੜੀਆਂ ਨੇ ਵੋਟਸ ਨਹੀਂ ਕਰਦੇ। ਸੋ ਇਸ ਕਰਕੇ ਜਿਹੜੀ ਪੇਰੈਂਟ ਗ੍ਰੈਂਡ ਪੇਰੈਂਟ ਸੀ, ਜਿਵੇਂ ਲਿਬਰਲ ਸਰਕਾਰ ਨੇ ਹੁਣੇ ਰੀਸੈਂਟਲੀ ਅਨਾਊਂਸ ਕੀਤਾ, ਉਹਨਾਂ ਨੇ ਇਹ ਪ੍ਰੋਗਰਾਮ ਨੂੰ ਖੋਲ੍ਹਣਾ ਸੀ, ਬਹੁਤ ਪਹਿਲਾਂ ਖੋਲ੍ਹਣਾ ਸੀ, ਉਹਦੇ ਵਿੱਚ ਦੇਰੀ ਆਈ। ਦੇਰੀ ਆਉਣ ਦਾ ਕਾਰਨ ਵੀ ਇਹ ਹੈਗਾ ਕਿਉਂਕਿ ਜਿਹੜਾ ਪਿਛਲਾ ਪ੍ਰੋਗਰਾਮ ਸੀ ਉਹ ਜਦੋਂ ਸਰਕਾਰ ਨੇ ਐਪਲੀਕੇਸ਼ਨਾਂ ਲਈਆਂ ਸੀਗੀਆਂ, ਜੇ ਤੁਹਾਨੂੰ ਯਾਦ ਹੋਵੇ ਪਿਛਲੀ ਵਾਰ ਜਦੋਂ ਐਪਲੀਕੇਸ਼ਨਾਂ ਲਈਆਂ ਗਈਆਂ ਸੀ 3-5 ਮਿੰਟ ਦੀ ਉਹ ਕਹਾਣੀ ਸੀ ਸਾਰੀ। ਜੀ ਬਿਲਕੁਲ, ਉਹ ਇਲੈਕਟ੍ਰੋਨਿਕਲੀ ਐਪਲੀਕੇਸ਼ਨ ਐਕਸੈਪਟ ਕਰੀਆਂ ਸੀ ਔਰ ਵਿਦਿਨ 3 to 5 ਮਿੰਟਸ ਦੇ ਵਿੱਚ ਜਿਵੇਂ ਤੁਸੀਂ ਜ਼ਿਕਰ ਕੀਤਾ ਉਹ ਐਪਲੀਕੇਸ਼ਨਾਂ ਭਰ ਗਈਆਂ। ਸੋ ਬਹੁਤ ਸਾਰੇ ਵਿਅਕਤੀ ਸੀ ਜਿਹਨਾਂ ਦੇ ਕੋਲ ਕੋਈ ਸੋਰਸ ਨਹੀਂ ਸੀ, ਕੋਈ ਈਵਨ ਉਹਨਾਂ ਕੋਲ ਵਰਕੇਬਲ ਨੌਲੇਜ ਵੀ ਨਹੀਂ ਸੀ ਉਹਨਾਂ ਇਲੈਕਟ੍ਰੋਨਿਕ ਟੂਲਸ ਨੂੰ ਯੂਜ਼ ਕਰਕੇ ਵੀ ਆਪਣੇ ਪੇਰੈਂਟ ਨੂੰ ਸਪਾਂਸਰ ਕਰ ਲੈਣ। ਸੋ ਉਹਨਾਂ ਤੋਂ 72 ਇੰਡੀਵਿਜੂਅਲ ਸੀ ਜਿਨ੍ਹਾਂ ਨੇ ਕੰਬਾਈਨ ਕਰਕੇ ਕੇਸ ਫਾਈਲ ਕਰਤਾ ਸੀ ਫੈਡਰਲ ਸਰਕਾਰ 'ਤੇ। ਤੋਂ ਫਿਰ ਫੈਡਰਲ ਸਰਕਾਰ ਨੂੰ ਆਊਟਸਾਈਡ ਕੋਰਟ ਸੈਟਲਮੈਂਟ ਕਰਨੀ ਪਈ ਉਹਨਾਂ ਦੇ ਨਾਲ। ਬਿਲਕੁਲ, ਉਹਨਾਂ ਦੇ ਨਾਲ ਸੈਟਲਮੈਂਟ ਕੀਤੀ ਅਤੇ ਉਹਨਾਂ ਦੀਆਂ ਐਪਲੀਕੇਸ਼ਨਾਂ ਸਰਕਾਰ ਨੇ ਐਕਸੈਪਟ ਕੀਤੀਆਂ। ਅੱਛਾ, ਇਹ ਆਊਟਸਾਈਡ ਕੋਰਟ ਸੈਟਲ ਹੋਇਆ। ਸੋ ਉਸ ਤੋਂ ਬਾਅਦ ਸਰਕਾਰ ਨੇ ਹੁਣ ਜਿਹੜਾ ਇੱਕ ਫਿਰ ਪ੍ਰੋਗਰਾਮ ਨੂੰ ਰੀਵੈਂਪ ਕਰਕੇ ਦੁਬਾਰਾ ਫਿਰ ਪੂਲ ਸਿਸਟਮ ਕਰ ਲਿਆ ਵੀ ਪੂਲ ਦੇ ਵਿੱਚ ਐਪਲੀਕੇਸ਼ਨ ਜਾਵੇ। ਬਟ ਇਹ ਮੈਂ ਜ਼ਰੂਰ ਬੈਨੀਪਾਲ ਸਾਹਿਬ ਕਹਿਣਾ ਚਾਹੂੰਗਾ, ਜਿਵੇਂ ਇਹ ਕੰਜ਼ਰਵੇਟਿਵ ਸਰਕਾਰ ਨੇ ਮੇਜਰ ਚੇਂਜਸ ਲਿਆਂਦੀਆਂ ਸੀ 2011 ਦੇ ਵਿੱਚ, ਜਦੋਂ ਜਿਹੜੇ ਆਪਣੇ ਉਦੋਂ ਇਮੀਗ੍ਰੇਸ਼ਨ ਮਿਨਿਸਟਰ ਸੀ ਜੇਸਨ ਕੈਨੀ, ਅਲਬਰਟਾ ਦੇ ਪ੍ਰੀਮੀਅਰ ਨੇ ਜਿਹੜੇ ਹੁਣ। ਜੀ ਬਿਲਕੁਲ, ਅਲਬਰਟਾ ਦੇ ਪ੍ਰੀਮੀਅਰ ਨੇ, ਉਹਨਾਂ ਨੇ ਮੋਰੇਟੋਰੀਅਮ ਲਾਇਆ ਸੀ, 2 ਸਾਲ ਐਪਲੀਕੇਸ਼ਨਾਂ ਨਹੀਂ ਲਈਆਂ ਪੇਰੈਂਟਸ ਦੀਆਂ। ਤੋ ਇਹ ਕਹਿ ਕੇ ਨਹੀਂ ਲਈਆਂ ਵੀ ਅਸੀਂ ਜਿਹੜਾ ਪ੍ਰੋਗਰਾਮ ਨੂੰ ਰੀਡਿਜ਼ਾਈਨ ਕਰ ਰਹੇ ਹਾਂ ਅਤੇ ਅਸੀਂ ਜਿਹੜੀ ਦੇਰੀ ਆ ਰਹੀ ਹੈ ਪ੍ਰੋਸੈਸਿੰਗ ਦੇ ਵਿੱਚ ਉਹਨੂੰ ਘਟਾਵਾਂਗੇ ਅਤੇ ਤੁਹਾਡੇ ਪੇਰੈਂਟਸ ਜਿਹੜੇ ਨੇ 1 ਸਾਲ ਤੁਹਾਡੇ ਨਾਲ ਕਿ ਜਦੋਂ ਤੁਸੀਂ ਸਪਾਂਸਰ ਕਰ ਰਹੇ ਹੋ ਤੁਹਾਡੇ ਨਾਲ ਆ ਕੇ ਰਹਿਣ ਲੱਗ ਜਾਣਗੇ ਔਰ ਇਮੀਗ੍ਰੇਸ਼ਨ ਹਾਸਲ ਕਰ ਲੈਣਗੇ। ਸੋ ਉਹਨਾਂ ਨੇ ਕੀ ਕੀਤਾ, ਇਹਦੇ ਅਫਜ਼ਾਨੇ ਦੇ ਵਿੱਚ
ਕਿਉਂਕਿ ਇਹ ਵੀ ਇੱਕ ਬਹੁਤ ਬੜਾ ਇਸ਼ੂ ਸੀ ਵੀ ਤੁਸੀਂ ਪੇਰੈਂਟਸ ਦੀ ਐਪਲੀਕੇਸ਼ਨ ਤੇ ਮੋਰੇਟੋਰੀਅਮ ਕਿਉਂ ਲਾ ਰਹੇ ਹੋ, ਉਹਨੂੰ ਬੰਦ ਕਿਉਂ ਕਰ ਰਹੇ ਹੋ। ਐਟਲੀਸਟ ਇੱਕ ਪੈਰਲਲ ਪ੍ਰੋਗਰਾਮ ਡਰਾਫਟ ਕਰੋ, ਜਦੋਂ ਪ੍ਰੋਗਰਾਮ ਤਿਆਰ ਹੋ ਜਾਏ ਤਾਂ ਪੁਰਾਣੇ ਨੂੰ ਬੰਦ ਕਰਕੇ ਨਵੇਂ ਤੇ ਸਵਿਚ ਕਰ ਲਓ, ਟ੍ਰਾਂਜੀਸ਼ਨ ਨੂੰ ਹੋਣੀ ਚਾਹੀਦੀ ਹੈ। ਸੋ ਉਹਨਾਂ ਨੇ ਫਟਾਫਟ ਸੁਪਰ ਵੀਜ਼ਾ ਨੂੰ ਇੰਪਲੀਮੈਂਟ ਕਰਤਾ ਵੀ ਲਓ ਜੀ ਹੁਣ ਤੁਹਾਡੇ ਕੋਲ ਅਸੀਂ ਇੱਕ ਨਵਾਂ ਚੈਨਲ ਖੋਲ੍ਹਤਾ ਤੇ ਸੁਪਰ ਵੀਜ਼ਾ ਅਸੀਂ ਖੋਲ੍ਹਤਾ। ਜੇ ਤੁਸੀਂ ਪੇਰੈਂਟਸ ਨੂੰ ਚਾਹੁੰਦੇ ਹੋ ਕੈਨੇਡਾ ਦੇ ਵਿੱਚ ਜਲਦੀ ਮੰਗਵਾਉਣਾ ਤਾਂ ਉਹਦਾ ਸਕਸੈਸ ਰੇਟ ਵੀ ਬੈਟਰ ਹੈਗਾ। ਤੁਸੀਂ ਇੱਕ ਇੰਸ਼ੋਰੈਂਸ ਵੀ ਕਰਾਉਣੀ ਹੈ ਆਪਣੇ ਪੇਰੈਂਟਸ ਦੀ, ਤਾਂ ਕਿ ਕੈਨੇਡਾ ਦੇ ਵਿੱਚ ਜਿੰਨੀ ਦੇਰ ਉਹ ਰਹਿੰਦੇ ਨੇ ਤਾਂ ਉਹਨਾਂ ਦੀ ਜਿਹੜੀ ਹੈਲਥ ਬੈਨੀਫਿਟਸ ਨੇ, ਕਿਉਂਕਿ ਉਹਨਾਂ ਕੋਲ ਕੋਈ ਹੈਲਥ ਬੈਨੀਫਿਟ ਨਹੀਂ ਹੋਣਾ, ਉਹ ਕੰਮ ਵੀ ਨਹੀਂ ਕਰ ਸਕਦੇ, ਉਹ ਤਾਂ ਐਜ਼ ਅ ਵਿਜ਼ਿਟਰ ਹੀ ਰਹਿਣਗੇ। ਔਰ 2 ਸਾਲ ਉਹਨਾਂ ਨੂੰ ਇੱਥੇ ਰਹਿਣ ਦੀ ਇਜਾਜ਼ਤ ਦਿੱਤੀ ਫਸਟ ਐਂਟਰੀ ਦੇ ਵਿੱਚ। ਤਾਂ ਉਸ ਤੋਂ ਬਾਅਦ ਜਿਹੜੀ ਇੰਸ਼ੋਰੈਂਸ ਸੀ ਉਹ ਬਹੁਤ ਇੱਕ ਮਹਿੰਗਾ ਪ੍ਰੋਸੈਸ ਹੈ। ਜਦੋਂ ਤੁਸੀਂ ਓਲਡ ਏਜ ਪੇਰੈਂਟਸ ਨੇ ਤੁਹਾਡੇ, ਖਾਸ ਕਰਕੇ ਜਿਹੜੀ ਇੰਸ਼ੋਰੈਂਸ ਉਹ ਹਰ ਤਰ੍ਹਾਂ ਦੀ ਜਿਹੜੀ ਤਕਲੀਫ ਹੈ ਉਹਨੂੰ ਇੰਸ਼ੋਰ ਨਹੀਂ ਕਰਦੀ। ਜੇ ਉਹਨਾਂ ਦੀ ਆਲਰੇਡੀ ਐਗਜ਼ਿਸਟਿੰਗ ਕੋਈ ਪ੍ਰੋਬਲਮ ਚੱਲ ਰਹੀ ਹੈ ਉਹਦੀ ਤਾਂ ਇੰਸ਼ੋਰੈਂਸ ਨਹੀਂ ਕਵਰ ਕਰਦੀ ਸੀ। ਸੋ ਇਸ ਕਰਕੇ ਕਾਫੀ ਲੋਕਾਂ ਨੂੰ ਇਹਦੀਆਂ ਦਿੱਕਤਾਂ ਵੀ ਆਈਆਂ। ਤਾਂ ਜਦੋਂ ਸਰਕਾਰ ਨੇ ਦੁਬਾਰਾ ਪ੍ਰੋਗਰਾਮ ਨੂੰ ਰੀਲਾਂਚ ਕੀਤਾ, ਬਹੁਤ ਲਿਮਿਟਿਡ ਐਪਲੀਕੇਸ਼ਨਾਂ ਲਈਆਂ ਗਈਆਂ। ਸੋ ਕਰਦੇ ਕਰਾਉਂਦੇ ਲਿਬਰਲ ਉਦੋਂ ਬਹੁਤ ਆਪੋਜੀਸ਼ਨ ਕਰਦੀ ਸੀ ਜਿਹੜੀ ਜੇਸਨ ਕੈਨੀ ਦੀਆਂ ਪਾਲਿਸੀ ਸੀ। ਜਿਵੇਂ ਉਹਨਾਂ ਨੇ ਉਮਰ ਘਟਾਈ ਡਿਪੈਂਡੈਂਟ ਦੀ, 22 ਸਾਲ ਹੁੰਦੀ ਸੀ ਤੇ 22 ਸਾਲ ਤੋਂ ਵੱਡੇ ਹੋ ਗਏ ਤਾਂ ਫਿਰ ਉਹ ਜੇ ਕੰਟੀਨਿਊਸਲੀ ਪੜ੍ਹਦੇ ਰਹੇ ਨੇ ਤਾਂ ਫਿਰ ਵੀ ਉਹ ਡਿਪੈਂਡੈਂਸੀ ਦੇ ਵਿੱਚ ਆਉਂਦੇ ਨੇ, ਚਾਹੇ ਉਹਨਾਂ ਦੀ ਉਮਰ 28 ਸਾਲ 29 ਸਾਲ ਵੀ ਹੋ ਜਾਏ, ਉਹ ਕੈਨੇਡਾ ਆ ਸਕਦੇ ਨੇ। ਇਸੇ ਤਰ੍ਹਾਂ ਉਹਨਾਂ ਨੇ ਫਿਰ ਜਿਹੜੀ ਇਨਕਮ ਦੀ ਰਿਕੁਆਇਰਮੈਂਟ ਸੀ, ਇਨਕਮ ਦੀ ਰਿਕੁਆਇਰਮੈਂਟ ਨੂੰ ਵਧਾਤਾ ਤਾਂ ਕਿ ਇਹ ਪ੍ਰੋਸੈਸ ਸਿਰਫ ਅਮੀਰਾਂ ਦਾ ਰਹਿ ਜੇ। ਜਿਹੜਾ ਐਵਰੇਜ ਇਨਕਮ ਅਰਨਰ ਹੈ ਉਹ ਸਪਾਂਸਰਸ਼ਿਪ ਨਾ ਹੀ ਕਰ ਪਾਏ, ਕਿਉਂਕਿ ਉਹਨਾਂ ਦੀ ਕੋਸ਼ਿਸ਼ ਇਹ ਸੀਗੀ ਵੀ ਜਿਹੜਾ ਇਨਟੇਕ ਹੈ ਉਹਦੇ ਵਿੱਚ ਲਿਮਿਟਿਡ ਐਪਲੀਕੇਸ਼ਨਾਂ ਲਈਆਂ ਜਾਣ। ਘੱਟ ਲੋਕਾਂ ਦੀ ਇਨਕਮ ਵੱਧ ਹੁੰਦੀ ਹੈ ਤੇ ਉਹੀ ਅਪਲਾਈ ਕਰ ਸਕਣਗੇ ਜੀ। ਉਸੇ ਤਰ੍ਹਾਂ ਉਹਨਾਂ ਨੇ ਜਿਹੜੀ ਡਿਪੈਂਡੈਂਟ ਏਜ ਦੀ ਉਮਰ ਘਟਾਈ ਸੀ ਉਹ ਇੱਕ ਡਿਸਕਰੇਜਿੰਗ ਫੈਕਟਰ ਸੀ। ਹੁਣ ਜੇ ਕੋਈ ਇਹ ਸੋਚ ਕੇ ਕਰਦਾ ਵੀ ਮੇਰਾ ਭਰਾ ਭੈਣ ਹੈ ਉਹ ਕੈਨੇਡਾ ਦੇ ਵਿੱਚ ਆ ਜੇ, ਮੇਰੇ ਪੇਰੈਂਟਸ ਨੇ ਉਹਨਾਂ ਦਾ ਸੋਸ਼ਲ ਨੈਟਵਰਕ ਉੱਥੇ ਬਹੁਤ ਵਧੀਆ, ਇੰਡੀਆ ਦੇ ਵਿੱਚ ਉਹ ਵਧੀਆ ਆਪਣਾ ਲਾਈਫ ਜਿਉ ਰਹੇ ਨੇ, ਤਾਂ ਉੱਥੇ ਹੀ ਰਹਿਣ, ਕੈਨੇਡਾ ਆਉਣ ਦਾ ਉਹਨਾਂ ਦਾ ਮਨ ਨਹੀਂ, ਹੋਈ ਵਿਜ਼ਿਟ ਕਰਕੇ ਮੈਨੂੰ ਵਾਪਸ ਚਲੇ ਜਾਣਗੇ। ਪਰ ਮੇਰੇ ਭੈਣ ਭਰਾ ਇਸ ਪ੍ਰੋਸੈਸ ਰਾਹੀਂ ਪੱਕੇ ਹੋ ਜਾਣਗੇ, ਉਹਦੇ 'ਚ ਕੋਈ ਗਲਤ ਨਹੀਂ ਹੈ, ਉਹ ਸੋਚ ਦੇ ਵਿੱਚ ਕੋਈ ਗਲਤੀ ਨਹੀਂ ਹੈ। ਬਟ ਸਰਕਾਰ ਨੇ ਜਦੋਂ ਉਹਨੂੰ 19 ਸਾਲ ਕਰਤਾ ਤਾਂ ਕਾਫੀ ਇਹੋ ਜਿਹੇ ਐਲੀਜੀਬਲ ਜਾਂ ਪੋਟੈਂਸ਼ੀਅਲ ਸਪਾਂਸਰ ਸੀ ਜਿਨ੍ਹਾਂ ਦੀ ਵਿਲਿੰਗਨੈਸ ਖਤਮ ਹੋ ਗਈ ਸਪਾਂਸਰਸ਼ਿਪ ਕਰਨ ਦੀ, ਕਿਉਂਕਿ ਉਹਨਾਂ ਦੇ ਭਰਾ ਭੈਣ ਡਿਪੈਂਡੈਂਸੀ ਤੋਂ ਬਾਹਰ ਹੋ ਗਏ। ਉਸ ਤੋਂ ਇਲਾਵਾ ਉਹਨਾਂ ਨੇ ਤੀਜੀ ਚੀਜ਼ ਜਿਹੜੀ ਕੀਤੀ ਉਹ ਕਰਤੀ, ਜਿਹੜੀ ਅੰਡਰਟੇਕਿੰਗ ਹੈ। ਜਦੋਂ ਤੁਸੀਂ ਜ਼ਿੰਮੇਵਾਰੀ ਲੈਂਦੇ ਹੋ ਪੇਰੈਂਟਸ ਨੂੰ ਕੈਨੇਡਾ ਦੇ ਵਿੱਚ ਬੁਲਾਉਣ ਦੀ, ਉਹ 10 ਸਾਲ ਤੱਕ ਹੁੰਦੀ ਹੈ। ਜੇ ਕਿਸੇ ਕਿਸਮ ਦਾ ਉਹ ਸੋਸ਼ਲ ਬੈਨੀਫਿਟ ਲੈਂਦੇ ਨੇ ਜਾਂ ਵੈਲਫੇਅਰ ਹਾਸਲ ਕਰਦੇ ਨੇ ਉਹ 10 ਸਾਲਾਂ ਦੇ ਪੀਰੀਅਡ ਦੇ ਵਿੱਚ, ਤਾਂ ਸਪਾਂਸਰ ਨੂੰ ਉਹ ਵਾਪਸ ਕਰਨਾ ਪੈਂਦਾ ਸਰਕਾਰ ਨੂੰ ਉਹ ਪੈਸਾ। ਸੋ ਉਹਨੂੰ ਵਧਾ ਕੇ ਉਹਨਾਂ ਨੇ 20 ਸਾਲ ਕਰਤਾ। ਸੋ 20 ਸਾਲ ਉਹਨਾਂ ਨੇ ਇਸ ਲਈ ਕੀਤਾ ਵੀ ਪੇਰੈਂਟਸ ਦੀ ਜਿਹੜਾ ਰਿਸਕ ਹੁੰਦਾ, ਕਿਉਂਕਿ ਇੱਕ ਉਮਰ ਹੁੰਦੀ ਹੈ ਜਦੋਂ ਕੈਨੇਡਾ ਦੇ ਵਿੱਚ ਆਉਂਦੇ ਨੇ, ਤਾਂ ਇੱਕ ਰਿਸਕ ਕਵਰ ਕਰਦਾ ਹੈ। ਕੈਨੇਡੀਅਨਸ ਦੇ ਉੱਤੇ ਉਹਦਾ ਭਾਰ ਨਹੀਂ ਪੈਂਦਾ ਤੇ ਜਿਹੜਾ ਸਪਾਂਸਰ ਹੈ ਉਹ ਜ਼ਿੰਮੇਵਾਰੀ ਚੱਕ ਲੈਂਦਾ, ਉਹੀ ਰਿਸਕ ਕਵਰ ਕਰਦਾ ਤੇ ਸਰਕਾਰ ਤੋਂ ਉਹਦਾ ਰਿਸਕ ਖਤਮ ਹੋ ਜਾਂਦਾ। ਜੇ ਉਹ ਕੋਈ ਵੈਲਫੇਅਰ ਜਾਂ ਸੋਸ਼ਲ ਬੈਨੀਫਿਟ ਲੈਂਦਾ ਤਾਂ ਉਹਨੂੰ ਵਾਪਸ ਕਰਨੇ ਪੈਂਦੇ ਆ। ਨਾ ਲਿਬਰਲ ਸਰਕਾਰ ਇਹਨੂੰ ਅਪੋਜ਼ ਕਰਦੀ ਸੀ ਔਰ ਇਹ ਕਿਹਾ ਸੀ ਵੀ ਜਦੋਂ ਅਸੀਂ ਜੇ ਸੱਤਾ 'ਚ ਅਸੀਂ ਆਉਂਦੇ ਹਾਂ, ਪਾਵਰ 'ਚ ਅਸੀਂ ਆਉਂਦੇ ਹਾਂ ਜੀ, ਤੇ ਅਸੀਂ ਇਹ ਚੀਜ਼ਾਂ ਨੂੰ ਪਲਟਾਂਗੇ। ਪਰ ਪਲਟਿਆ ਕੀ ਹੈ? ਪਲਟਿਆ ਤਾਂ ਕੁਝ ਵੀ ਨਹੀਂ ਗਿਆ। ਪਲਟਿਆ ਸਿਰਫ ਇੱਕੋ ਚੀਜ਼ ਗਈ ਹੈ, ਜਿਹੜੀ ਡਿਪੈਂਡੈਂਟ ਦੀ ਉਮਰ ਹੈ, ਏਜ ਹੈ, ਉਹਨੂੰ 19 ਸਾਲ ਤੋਂ 22 ਸਾਲ ਕਰਤਾ। ਅੱਛਾ, 22 ਸਾਲ ਤੋਂ ਜੇ ਘੱਟ ਨੇ ਉਹਨੂੰ ਤੁਸੀਂ ਐਜ਼ ਅ ਡਿਪੈਂਡੈਂਟ ਚਾਈਲਡ ਬੁਲਾ ਸਕਦੇ ਹੋ। ਜੇ ਉਹਨਾਂ ਦੀ ਉਮਰ 22 ਸਾਲ ਤੋਂ ਇੱਕ ਦਿਨ ਵੀ ਉੱਪਰ ਹੋ ਜਾਂਦੀ ਹੈ ਤਾਂ ਤੁਸੀਂ ਉਹ ਸਪਾਂਸਰਸ਼ਿਪ ਐਪਲੀਕੇਸ਼ਨ ਦੇ ਵਿੱਚ ਐਡ ਨਹੀਂ ਕਰ ਸਕਦੇ। ਜਿਵੇਂ ਪਹਿਲਾਂ ਹੁੰਦਾ ਸੀ, ਮੰਨ ਲਓ ਉਹਨੇ ਕੰਟੀਨਿਊ ਸਟੱਡੀ ਰੱਖੀ ਹੋਈ ਆ, ਪੜ੍ਹ ਰਿਹਾ ਜਾਂ ਪੜ੍ਹ ਰਹੀ ਹੈ ਜੀ, ਅੱਗੇ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਹੁੰਦਾ ਸੀ ਆ ਸਕਦੇ ਸੀ ਭੈਣ ਭਰਾ, ਪਰ ਹੁਣ ਨਹੀਂ ਆ ਸਕਦੇ। ਨਹੀਂ, 22 ਸਾਲ ਤੋਂ ਵੱਡੇ ਉਹੀ ਵਿਅਕਤੀ ਆ ਸਕਦੇ ਨੇ ਜਿਹੜੇ ਸਾਬਤ ਕਰਦੇ ਨੇ, ਪਹਿਲਾ ਪ੍ਰੋਂਗ ਰੱਖਿਆ ਉਹਨਾਂ ਨੇ ਵੀ ਉਹ ਸਬਸਟੈਂਸ਼ੀਅਲੀ ਡਿਪੈਂਡੈਂਟ ਹੋਣ ਆਪਣੇ ਪੇਰੈਂਟਸ ਦੇ ਉੱਤੇ। ਸੈਕੰਡ ਪ੍ਰੋਂਗ ਰੱਖਿਆ ਉਹਨਾਂ ਦੀ ਉਹ ਕਿਸੇ ਨਾ ਕਿਸੇ ਕਿਸਮ ਦੀ ਡਿਸੇਬਿਲਿਟੀ ਨਾਲ ਇਫੈਕਟਡ ਹੋਣ, ਜਿਹਦੇ ਕਰਕੇ ਉਹ ਸਬਸਟੈਂਸ਼ੀਅਲੀ ਡਿਪੈਂਡੈਂਟ ਆਪਣੇ ਪੇਰੈਂਟਸ ਦੇ ਉੱਤੇ। ਤਾਂ ਨਾਲ ਇਹ ਵੀ ਰੱਖਿਆ ਵੀ ਜਿਹੜੀ ਉਹ ਜਿਹੜੀ ਡਿਸੇਬਿਲਿਟੀ ਹੈ ਉਹ 22 ਸਾਲ ਤੋਂ ਪਹਿਲਾਂ ਹੋਣੀ ਚਾਹੀਦੀ ਹੈ। ਅੱਛਾ, ਜੇ ਕਿਸੇ ਵਿਅਕਤੀ ਦੀ ਡਿਸੇਬਿਲਿਟੀ 22 ਸਾਲ ਤੋਂ ਬਾਅਦ ਹੋਈ ਹੈ ਫਿਰ ਵੀ ਐਲੀਜੀਬਲ ਨਹੀਂ, ਫਿਰ ਉਹ ਪ੍ਰੋਂਗ ਨੂੰ ਮੀਟ ਨਹੀਂ ਕਰਦਾ, ਉਹ ਐਪਲੀਕੇਸ਼ਨ ਡਿਪੈਂਡੈਂਟ ਚਾਈਲਡ ਦੀ ਲਾ ਨਹੀਂ ਸਕਦਾ। ਬਟ ਇੱਕ ਚੀਜ਼ ਹੋਰ ਵੀ ਸਮਝਣਾ ਪਊਗਾ, ਇਹਦੇ 'ਚ ਸੈਕਸ਼ਨ 38 ਵੀ ਆ ਜਾਂਦਾ ਜਿਹੜਾ ਇਹ ਕਹਿੰਦਾ ਵੀ ਜੇ ਕੋਈ ਵਿਅਕਤੀ ਕੈਨੇਡਾ ਦੇ ਵਿੱਚ ਆ ਰਿਹਾ ਹੈ ਤਾਂ ਫਿਰ ਜੇ ਉਹ ਇੱਕ ਸਫੀਸ਼ੀਐਂਟ ਬਰਡਨ ਲੈ ਕੇ ਆ ਰਿਹਾ ਹੈ, ਇੱਕ ਸਬਸਟੈਂਸ਼ੀਅਲ ਬਰਡਨ ਲੈ ਕੇ ਆ ਰਿਹਾ ਹੈ, ਜਿਹੜਾ ਕਿ ਆਮ ਕੈਨੇਡੀਅਨ ਦੇ ਉੱਤੇ ਭਾਰ ਪਏਗਾ, ਜਾਂ ਮੈਡੀਕਲ ਟਰਮੀਨੋਲੋਜੀ 'ਚ ਆਪਾਂ ਗੱਲ ਕਰੀਏ ਤਾਂ ਉਹ ਇੱਕ ਸਬਸਟੈਂਸ਼ੀਅਲ ਬਰਡਨ ਹੈ। ਜੇ ਕਿਸੇ ਨਿਊ ਇਮੀਗ੍ਰੈਂਟ ਜਦੋਂ ਆਉਂਦਾ ਉਹਦਾ ਮੈਡੀਕਲ ਚੈੱਕਅਪ ਹੁੰਦਾ
ਤਾਂ ਜੇ ਉਹ ਸਬਸਟੈਂਸ਼ੀਅਲ ਬਰਡਨ ਐਕਸੀਡ ਕਰਦਾ ਜਿਹੜਾ ਕਿ ਐਵਰੇਜ ਕੈਨੇਡੀਅਨ ਦੀ ਹੈਲਥ ਜਾਂ ਸੋਸ਼ਲ ਜਿਹੜੀ ਅਪਕੀਪ ਹੈ ਉਹਦੇ ਤੇ ਲੱਗਦਾ ਸਰਕਾਰ ਨੂੰ, ਜਿਹੜਾ ਕਿ $6131 ਹੈ ਪਿਛਲੇ ਸਾਲ ਦਾ, ਸੋ ਉਹ ਤੋਂ ਵੱਧ ਦਾ ਖਰਚਾ ਹੁੰਦਾ ਤਾਂ ਉਹ ਐਕਸੈਸਿਵ ਬਰਡਨ ਦੇ ਵਿੱਚ ਆ ਜਾਂਦਾ ਹੈ। ਸੋ ਜੇ ਕੋਈ ਮੈਡੀਕਲ ਤੌਰ ਤੇ ਐਕਸੈਸਿਵ ਬਰਡਨ ਲੈ ਕੇ ਆ ਰਿਹਾ ਹੈ ਤਾਂ ਉਹਨੂੰ ਐਪਲੀਕੇਸ਼ਨ ਚੋਂ ਐਕਸਕਲੂਡ ਕੀਤਾ ਜਾਂਦਾ ਹੈ। ਨਾਟ ਓਨਲੀ ਉਹਦੀ ਐਪਲੀਕੇਸ਼ਨ ਚੋਂ ਉਹਨੂੰ ਮਨਾ ਕੀਤਾ ਜਾਂਦਾ, ਇਨਫੈਕਟ ਜਿਹੜੀ ਸਾਰੀ ਐਪਲੀਕੇਸ਼ਨ ਹੈ, ਸਾਰੇ ਪਰਿਵਾਰ ਦੀ ਐਪਲੀਕੇਸ਼ਨ ਹੈ, ਉਹਨੂੰ ਡਿਸਅਪਰੂਵ ਕਰ ਦਿੱਤਾ ਜਾਂਦਾ। ਅੱਛਾ ਜੀ। ਜੀ, ਸੋ ਇਹ ਵੀ ਇੱਕ ਇਫੈਕਟ ਕਰਦਾ ਜਦੋਂ ਤੁਸੀਂ ਡਿਪੈਂਡੈਂਟ ਚਾਈਲਡ ਜਿਹੜਾ ਕਿ ਡਿਸੇਬਲ ਹੈ ਉਹਨੂੰ ਐਪਲੀਕੇਸ਼ਨ ਦੇ ਵਿੱਚ ਇੰਕਲੂਡ ਕਰਦੇ ਹੋ। ਬਟ ਉਹਦਾ ਵੀ ਸੋਲੂਸ਼ਨ ਹੈਗਾ, ਕਿਉਂਕਿ ਇਹ ਜਿਹੜੇ ਮੁੱਦੇ ਸੀ, ਕਿਸੇ ਨੇ ਜਾਣੇ ਅਣਜਾਣੇ ਚ, ਮੰਨ ਲਓ ਮੇਰੇ ਵਰਗੇ ਬੰਦੇ ਨੂੰ ਕੋਈ ਬਾਹਲਾ ਪਤਾ ਨਹੀਂ ਸੀ ਜੀ, ਉਹਨੇ ਆਪਣੇ ਮਾਂ-ਬਾਪ ਦਾ ਜਾਂ ਦਾਦਾ ਦਾਦੀ ਨਾਨਾ ਨਾਨੀ ਦਾ ਕੀਤਾ, ਤੇ ਨਾਲ ਉਹਨੇ ਮਾਂ-ਬਾਪ ਦੇ ਨਾਲ ਕੋਈ ਭੈਣ ਕੋਈ ਭਰਾ ਸੀ ਜਿਹੜਾ ਵੱਡਾ ਹੋ ਚੁੱਕਿਆ ਜੀ, ਪਰ ਉਹਨੇ ਅਪਲਾਈ ਕਰ ਦਿੱਤਾ ਜੀ, ਪਰ ਉਹ ਇਸ ਕਹਾਣੀ ਦੇ ਅੰਦਰ ਆਉਂਦਾ ਨਹੀਂ। ਪਰ ਕੀ ਸਾਰੀ ਐਪਲੀਕੇਸ਼ਨ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਚੱਕ ਕੇ ਦਾਦੀ ਦੀ ਟੋਕਰੀ ਚ ਮਾਰਦੇ ਆ, ਜਾਂ ਕਹਿੰਦੇ ਨੇ ਕਿ ਨਹੀਂ ਭੈਣ ਜਾਂ ਭਰਾ ਨੂੰ ਬਾਹਰ ਕੱਢ ਦਿਓ ਤੇ ਮਾਂ-ਬਾਪ ਆ ਸਕਦੇ ਆ? ਨਹੀਂ ਜੀ, ਕਿਉਂਕਿ ਉਹ ਜਿਹੜਾ ਫਰਸਟਲੀ ਉਹ ਡਿਪੈਂਡੈਂਟ ਚਾਈਲਡ ਦੀ ਡੈਫੀਨੇਸ਼ਨ ਮੀਟ ਕਰਦਾ। ਜੇ ਕੋਈ ਇੰਡੀਵਿਜੂਅਲ ਡਿਸੇਬਲ ਹੈ, ਚਾਹੇ ਉਹਦੀ ਇਰਰਿਸਪੈਕਟਿਵ ਆਫ ਦਾ ਏਜ, ਚਾਹੇ ਉਹਨਾਂ ਦੀ ਉਮਰ 30 ਸਾਲ ਹੈ, 35 ਸਾਲ ਹੈ, 45 ਸਾਲ ਹੈ, ਜੇ ਉਹਨਾਂ ਦੀ ਡਿਸੇਬਿਲਿਟੀ ਹੈ ਔਰ ਇਹ 22 ਸਾਲ ਤੋਂ ਪਹਿਲਾਂ ਦੀ 22 ਸਾਲ ਤੋਂ ਪਹਿਲਾਂ ਤੇ ਉਹ ਸਬਸਟੈਂਸ਼ੀਅਲੀ ਆਪਣੇ ਪੇਰੈਂਟਸ ਤੇ ਡਿਪੈਂਡੈਂਟ ਹੈ, ਉਹਨਾਂ ਨੂੰ ਅੱਜ ਵੀ ਡਿਪੈਂਡੈਂਟ ਚਾਈਲਡ ਸਪਾਂਸਰ ਕੀਤਾ ਜਾ ਸਕਦਾ। ਨਾਓ ਇੱਕ ਸਟੇਜ ਤੇ ਉਹਨਾਂ ਦਾ ਜਦੋਂ ਮੈਡੀਕਲ ਲਈ ਕਿਹਾ ਜਾਏਗਾ ਤਾਂ ਮੈਡੀਕਲ ਦੇ ਟਾਈਮ ਦੇ ਉੱਤੇ ਐਕਸੈਸਿਵ ਬਰਡਨ ਦਾ ਇਸ਼ੂ ਆਏਗਾ। ਫਿਰ ਉਹ ਇੱਕ ਲੈਟਰਸ ਪਾਉਣਗੇ, ਉਹ ਇੱਕ ਪ੍ਰੋਸੀਡਰਲ ਫੇਅਰਨੈਸ ਲੈਟਰ ਹੈ ਜਿਹੜੀ ਕਿ ਸਪਾਂਸਰ ਨੂੰ ਆਏਗੀ, ਜਿਹਦੇ 'ਚ ਇਹ ਚੀਜ਼ ਡਿਸਕਲੋਜ਼ ਕੀਤੀ ਹੋਏਗੀ ਵੀ ਜਿਹੜਾ ਤੁਹਾਡਾ ਡਿਪੈਂਡੈਂਟ ਚਾਈਲਡ ਹੈ ਐਕਸੈਸਿਵ ਬਰਡਨ ਲੈ ਕੇ ਆ ਰਿਹਾ ਹੈ ਔਨ ਦਾ ਹੈਲਥ ਐਂਡ ਸੋਸ਼ਲ ਸਰਵਿਸਿਜ਼, ਸੈਕਸ਼ਨ 30 ਦੇ ਅੰਦਰ 38 ਦੇ ਅੰਦਰ ਉਹ ਬ੍ਰੀਚ ਕਰ ਗਿਆ, ਤਾਂ ਹੈਂਸ ਅਸੀਂ ਇਹਦੀ ਐਪਲੀਕੇਸ਼ਨ ਨੂੰ ਰਿਫਿਊਜ਼ ਕਰਨ ਲੱਗੇ ਹਾਂ। ਤੇ ਜੇ ਤੁਸੀਂ 30 ਦਿਨ ਦਾ ਤੁਹਾਨੂੰ ਸਮਾਂ ਦਿੱਤਾ ਤੇ ਜੇ ਤੁਸੀਂ ਸਾਬਤ ਕਰ ਸਕਦੇ ਹੋ ਵੀ ਇਹ 38 ਦੀ ਬ੍ਰੀਚ ਨਹੀਂ ਹੈ ਤਾਂ ਫਿਰ ਤੁਹਾਡੀ ਐਪਲੀਕੇਸ਼ਨ ਅਪਰੂਵ ਹੋ ਜਾਏਗੀ। ਜੀ, ਦੈਟਸ ਅ ਵੈਰੀ ਗੁੱਡ ਕੁਐਸਚਨ। ਨਾਓ ਇਹ ਚੀਜ਼ ਕੋਰਟਸ ਦੇ ਵਿੱਚ ਇਹ ਚੀਜ਼ ਡਿਸਕਸ ਹੋਈ ਤੇ ਉਹਦੇ ਚੋਂ ਕਾਫੀ ਚੀਜ਼ਾਂ ਨਿਖਰ ਕੇ ਆਈਆਂ, ਜਿਹੜੀ ਹੁਣ ਲੇਟੈਸਟ ਜਜਮੈਂਟਸ ਨੇ ਕੋਰਟ ਦੀਆਂ। ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਜੇ ਕੋਈ ਇੰਡੀਵਿਜੂਅਲ 38 ਦੀ ਬ੍ਰੀਚ ਦੇ ਵਿੱਚ ਆ ਜਾਂਦਾ ਤਾਂ ਸਪਾਂਸਰ ਜੇ ਸਾਬਤ ਕਰ ਸਕਦਾ ਵੀ ਜਿਹੜਾ ਉਹ ਐਕਸੈਸਿਵ ਬਰਡਨ ਹੈ ਉਹਨੂੰ ਆਫਸੈਟ ਕਰ ਸਕਦਾ ਤਾਂ ਫਿਰ ਬਿਲਕੁਲ ਉਹ ਡਿਪੈਂਡੈਂਟ ਚਾਈਲਡ ਹੀ ਰਹੇਗਾ, ਫਿਰ ਉਹ ਐਕਸੈਸਿਵ ਬਰਡਨ ਨਹੀਂ ਲੈ ਕੇ ਆ ਰਿਹਾ। ਕਿਉਂਕਿ ਜਿਹੜਾ ਸਪਾਂਸਰ ਹੈ ਉਹਨੇ ਉਹਦੇ ਜਾਂ ਸਪਾਂਸਰ ਹੈ ਜਾਂ ਪ੍ਰਿੰਸੀਪਲ ਐਪਲੀਕੈਂਟ ਜਿਹੜਾ ਆ ਰਿਹਾ ਉਹਨੇ ਜਿਹੜੀ ਐਕਸੈਸਿਵ ਡਿਮਾਂਡ ਹੈ ਉਹ ਸਰਕਾਰ ਤੋਂ ਲਏਗਾ ਨਹੀਂ, ਔਰ ਐਕਸੈਸਿਵ ਆਪਣੀ ਜੇਬ ਚੋਂ, ਸਿੱਧੀ ਗੱਲ ਕਰੀਏ ਜੇ, ਐਗਜ਼ੈਕਟਲੀ ਆਪਣੀ ਜੇਬ ਚੋਂ ਪੂਰੀ ਕਰੇਗਾ ਔਰ ਉਹ ਡੈਕਲੇਰੇਸ਼ਨਸ ਵੀ ਦੇਗਾ ਸਰਕਾਰ ਨੂੰ। ਇਸ ਡੈਕਲੇਰੇਸ਼ਨ ਨੂੰ ਕਿਹਾ ਜਾਂਦਾ ਹੁਣ ਐਬਿਲਿਟੀ ਐਂਡ ਇੰਟੈਂਟ। ਅੱਜ ਕੱਲ੍ਹ ਤਾਂ ਇਹ ਸਰਕਾਰ ਵੀ ਜਿਹੜਾ ਜਦੋਂ ਇਹ ਲੈਟਰ ਭੇਜਦੀ ਹੈ ਪ੍ਰੋਸੀਡਰਲ ਫੇਅਰਨੈਸ ਤਾਂ ਥੋੜ੍ਹੀ ਬਹੁਤੀ ਡਾਇਰੈਕਸ਼ਨ ਵੀ ਦਿੰਦੀ ਹੈ ਇੰਡੀਵਿਜੂਅਲ ਨੂੰ ਵੀ ਤੁਸੀਂ ਐਬਿਲਿਟੀ ਇੰਟੈਂਟ ਨੂੰ ਸਾਬਿਤ ਕਰੋ। ਸੋ ਜੇ ਕੋਈ ਸਪਾਂਸਰ ਆਪਣੀ ਐਬਿਲਿਟੀ ਤੇ ਆਪਣਾ ਇਰਾਦਾ ਇਸਟੈਬਲਿਸ਼ ਕਰ ਦਿੰਦਾ ਵੀ ਮੈਂ ਜਿਹੜਾ ਡਿਪੈਂਡੈਂਟ ਚਾਈਲਡ ਹੈ, ਮੇਰਾ ਭਰਾ ਹੈ ਜਾਂ ਮੇਰੀ ਭੈਣ ਹੈ, ਇਹਦੀ ਜ਼ਿੰਮੇਵਾਰੀ ਮੈਂ ਲੈ ਰਿਹਾ ਤੇ ਮੈਂ ਇਹ ਆਫਸੈਟ ਕਰੂੰਗਾ, ਸੋ ਉਹਦੇ ਲਈ ਉਹਨੂੰ ਐਵੀਡੈਂਸ ਦੇਣੇ ਪੈਂਦੇ ਨੇ। ਫੋਰ ਐਗਜ਼ਾਮਪਲ ਕਿਸੇ ਨੂੰ ਮਾਈਲਡ ਮੈਂਟਲ ਰਿਟਾਰਡੇਸ਼ਨ ਹੈਗੀ ਹੈ ਤਾਂ ਆਫ ਕੋਰਸ ਸਪੈਸ਼ਲ ਸਕੂਲਿੰਗ ਦੀ ਜ਼ਰੂਰਤ ਹੈ ਇੰਡੀਵਿਜੂਅਲ ਨੂੰ, ਤਾਂ ਉਹ ਕਹਿੰਦਾ ਵੀ ਮੈਂ ਪ੍ਰਾਈਵੇਟ ਜਿਹੜੀ ਹੈ ਜਿਹੜੀ ਪਬਲਿਕ ਕੋਈ ਵੀ ਸਰਵਿਸ ਹੈ ਜੀ ਅਵੇਲ ਨਹੀਂ ਕਰੂੰਗਾ, ਪ੍ਰਾਈਵੇਟਲੀ ਇਹ ਚੀਜ਼ਾਂ ਨੂੰ ਜਿਹੜਾ ਇਨ ਹੋਮ ਕੇਅਰ ਜਿਹੜੀ ਹੈ ਅਸਿਸਟੈਂਟ ਨਾਲ ਪੜ੍ਹਾਊਂਗਾ, ਜਾਂ ਉਹਨਾਂ ਨੂੰ ਇੱਥੇ ਕਿਸੇ ਨੂੰ ਕੋਈ ਇੰਡੀਵਿਜੂਅਲ ਹੈ ਜਿਹੜਾ ਮੇਰਾ ਫੈਮਿਲੀ ਮੈਂਬਰ ਹੈ ਉਹਨਾਂ ਨੇ ਕੋਈ ਇਹੋ ਜਿਹਾ ਪ੍ਰੋਗਰਾਮ ਲਿਆ ਹੋਇਆ ਜਿਹਦੇ ਕਰਕੇ ਉਹ ਸਾਬਤ ਕਰ ਸਕਦੇ ਨੇ ਵੀ ਇਹ ਜਿਹੜੀ ਦੇਖਭਾਲ ਹੈ ਅਸੀਂ ਕਰਾਂਗੇ। ਇਸ ਤੋਂ ਇਲਾਵਾ ਉਹਨਾਂ ਨੂੰ ਬੈਂਕ ਬੈਲੈਂਸ, ਫਾਈਨੈਂਸ਼ੀਅਲ ਐਬਿਲਿਟੀ ਵੀ ਦਿਖਾਉਣੀ ਪੈਂਦੀ ਹੈ ਵੀ ਉਹਨਾਂ ਕੋਲ ਇਹਨਾਂ ਫੰਡਸ ਰਿਸੋਰਸਿਸ ਹੈਗੇ ਆ ਜਿਹਦੇ ਕਰਕੇ ਉਹ ਡਿਪੈਂਡੈਂਟ ਚਾਈਲਡ ਦੀ ਇਹ ਜਿਹੜੀ ਐਕਸੈਸਿਵ ਨੀਡ ਹੈ ਇਹਨੂੰ ਆਫਸੈਟ ਕਰ ਸਕਦੇ ਨੇ। ਫਿਰ ਤੁਹਾਡੀ ਐਪਲੀਕੇਸ਼ਨ ਨੂੰ ਮਨਜ਼ੂਰ ਕੀਤਾ ਜਾਏਗਾ, ਭਾਵੇਂ ਕਿ ਉਹ ਵੀਜ਼ਾ ਆਫਿਸਰ ਦੇ ਅੱਗੇ ਤੁਸੀਂ ਦਲੀਲ ਰੱਖੋ। ਜੇ ਵੀਜ਼ਾ ਆਫਿਸਰ ਉਹ ਦਲੀਲ ਨੂੰ ਨਹੀਂ ਮੰਨਦਾ ਤਾਂ ਫਿਰ ਤੁਸੀਂ ਕੋਰਟ ਦੇ ਵਿੱਚ ਚੈਲੰਜ ਕਰ ਸਕਦੇ ਹੋ। ਔਰ ਬਹੁਤ ਅਸੀਂ ਕੇਸਿਸ ਦੇ ਲੜੇ ਨੇ ਔਰ ਬਹੁਤ ਇਹੋ ਜਿਹੀਆਂ ਐਪਲੀਕੇਸ਼ਨ ਅਸੀਂ ਥਰੂ ਕਰੀਆਂ ਨੇ ਡਿਪੈਂਡੈਂਟ ਚਾਈਲਡ ਦੀਆਂ, ਜਿਹੜੀਆਂ ਕਿ ਮਾਈਲਡ ਮੈਂਟਲ ਰਿਟਾਰਡੇਸ਼ਨ ਜਾਂ ਇੱਦਾਂ ਦੇ ਬੜੇ ਕੇਸਿਸ ਸੀ ਜਿੱਥੇ ਤੁਹਾਡੇ ਕੋਲ ਐਬਿਲਿਟੀ ਐਂਡ ਇੰਟੈਂਟ ਹੈਗਾ ਤਾਂ ਬਹੁਤ ਸੌਖੇ ਤਰੀਕੇ ਨਾਲ ਤੁਹਾਡੀ ਉਹ ਜਿਹੜੀ ਐਪਲੀਕੇਸ਼ਨ ਅਪਰੂਵ ਹੋ ਜਾਂਦੀ ਹੈ। ਅੱਛਾ ਭਾਜੀ, ਹੁਣ ਇਹ ਦੱਸੋ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਆਹ ਇਸ਼ੂ ਇਸ ਤਰੀਕੇ ਨਾਲ ਹੱਲ ਕੀਤੇ ਜਾ ਸਕਦੇ ਨੇ, ਆਹ ਇਸ਼ੂ ਇਸ ਤਰੀਕੇ ਨਾਲ ਹੱਲ ਕੀਤੇ ਜਾ ਸਕਦੇ ਨੇ। ਹੁਣ ਕਿਸੇ ਬੰਦੇ ਨੇ ਜੀ ਆਮ ਤੌਰ ਤੇ ਇਸ ਤਰ੍ਹਾਂ ਦੀ ਐਪਲੀਕੇਸ਼ਨ ਕਰ ਦਿੱਤੀ ਹੈ, ਅੱਗੇ ਹੁੰਦਾ ਸੀ ਭਾਵੇਂ ਉਹ ਮਾਂ-ਬਾਪ ਨੂੰ ਸੱਦਦਾ ਹੈ ਤੇ ਭਾਵੇਂ ਨਾਲ ਭੈਣ ਭਰਾ ਹੈ, ਉਹਨੂੰ 10 ਸਾਲ ਵਾਸਤੇ ਜ਼ਿੰਮਾ ਚੁੱਕਣਾ ਪੈਂਦਾ ਸੀ ਕਿ ਇਹ ਜਿਵੇਂ ਤੁਸੀਂ ਪੂਰੀ ਵਿਸਥਾਰ ਨਾਲ ਪਾਲਿਸੀ ਦੱਸਿਆ ਕਿ ਕਦੋਂ ਰੀਡਿਜ਼ਾਈਨ ਕੀਤੀ ਗਈ, ਇਹ ਹਾਲੇ ਵੀ 10 ਸਾਲ ਦਾ ਹੀ ਉਹਨੂੰ ਲਿਖ ਕੇ ਦੇਣਾ ਪੈਂਦਾ ਸਰਕਾਰ ਨੂੰ, ਜਾਂ ਇਹ 10 ਸਾਲ ਤੋਂ ਵਧਾਇਆ ਹੋਇਆ ਜੀ?
ਜੀ ਜਿਹੜਾ ਡਿਪੈਂਡੈਂਟ ਚਾਈਲਡ ਦੀ ਜ਼ਿੰਮੇਵਾਰੀ ਹੈ ਜੀ ਤੁਸੀਂ ਜ਼ਿੰਮੇਵਾਰੀ ਮਾਂ-ਬਾਪ ਦੀ ਵੀ, ਜੇ ਕੋਈ ਆਉਂਦਾ ਹੈ ਜੀ ਕਿੰਨੀ ਦੇਰ ਬਾਅਦ ਕਈ ਵਾਰੀ ਹੁੰਦਾ ਕਿ ਇੰਨੇ ਸਾਲ ਵਾਸਤੇ ਇਹਦਾ ਕੋਈ ਖਰਚਾ ਕੋਈ ਬੱਚਾ ਮੈਂ ਚੱਕੂਗਾ। ਜੀ ਇਹ ਪੇਰੈਂਟਸ ਲਈ ਤਾਂ ਸਟ੍ਰਿਕਟਲੀ 20 ਸਾਲ ਹੈ 20 ਸਾਲ ਜੀ। ਜੀ ਜਿਹੜਾ ਡਿਪੈਂਡੈਂਟ ਚਾਈਲਡ ਹੈ ਉਹ ਹੁੰਦਾ ਵੀ ਈਦਰ ਤੁਸੀਂ 25 ਦੀ ਜਦੋਂ ਏਜ ਉਹਨਾਂ ਦੀ ਹੋ ਜਾਂਦੀ ਹੈ ਉਦੋਂ ਤੱਕ ਤੁਸੀਂ ਜਿਹੜੀ ਡਿਪੈਂਡੈਂਟ ਤੁਹਾਡੇ ਬ੍ਰਦਰ ਸਿਸਟਰਸ ਨੇ ਤਾਂ ਉਹਨਾਂ ਦੀ ਜ਼ਿੰਮੇਵਾਰੀ ਜਿਹੜੀ ਹੈ ਤੁਸੀਂ ਲੈ ਰਹੇ ਹੋ। ਜੇ ਉਹਨੂੰ ਐਕਸੀਡ ਕਰ ਜਾਂਦੇ ਨੇ ਫਿਰ ਤੁਹਾਡੀ ਜ਼ਿੰਮੇਵਾਰੀ ਜਿਹੜੀ ਅੰਡਰਟੇਕਿੰਗ ਖਤਮ ਹੋ ਜਾਂਦੀ ਹੈ। ਪੇਰੈਂਟਸ ਲਈ ਸਟ੍ਰਿਕਟਲੀ 20 ਇਅਰਸ ਹੈ। ਇਸ ਤੋਂ ਇਲਾਵਾ ਜਿਹੜਾ ਡਿਸੇਬਲ ਚਾਈਲਡ ਆਪਾਂ ਜੇ ਡਿਸੇਬਲ ਦੀ ਗੱਲ ਕਰ ਰਹੇ ਹਾਂ ਉਹਦੇ ਤੇ ਕੋਈ ਟਾਈਮ ਲਿਮਿਟ ਨਹੀਂ ਹੈ ਸੱਚ ਵੀ ਤੁਸੀਂ 10 ਇਅਰਸ ਹੈ ਜਾਂ 20 ਇਅਰਸ ਹੈ। ਉਹ ਇੱਕ ਪ੍ਰੋਸੈਸ ਹੈਗਾ ਜਿਹਦੇ ਰਾਹੀਂ ਤੁਸੀਂ ਉਹਦੀ ਫਿਰ ਲਾਈਫ ਟਾਈਮ ਦੀ ਅੰਡਰਟੇਕਿੰਗ ਹੋਗੀ ਜੀ। ਸੀ ਸੌਰਟ ਆਫ ਜਿਵੇਂ ਤੁਸੀਂ ਅੰਡਰਟੇਕਿੰਗ ਤਾਂ ਹਰ ਇੱਕ ਇੰਡੀਵਿਜੂਅਲ ਦਾ ਸਾਈਨ ਕਰ ਰਹੇ ਹੋ ਜਿਹੜਾ ਵੀ ਉਹ ਕੈਨੇਡਾ ਦੇ ਵਿੱਚ ਦਾਖਲ ਹੋ ਰਿਹਾ। ਜਿਹੜਾ ਡਿਸੇਬਲ ਚਾਈਲਡ ਹੈ ਉਹਦੇ ਐਸ ਸੱਚ ਜਦੋਂ ਤੁਸੀਂ ਅਬਿਲਿਟੀ ਐਂਡ ਇੰਟੈਂਟ ਦਾ ਐਫੀਡੇਵਿਟ ਦਿੰਦੇ ਹੋ ਡੈਕਲੇਰੇਸ਼ਨ ਦਿੰਦੇ ਹੋ ਉਹਦੇ ਤੇ ਕੋਈ ਅੰਡਰਟੇਕਿੰਗ ਦੀ ਇੱਕ ਐਕਸਪਾਇਰੀ ਨਿਸ਼ਚਿਤ ਨਹੀਂ ਕਰਦੇ। ਤੁਸੀਂ ਉਸ ਵਕਤ ਦੀ ਕਮਿਟਮੈਂਟ ਦਿੰਦੇ ਹੋ। ਅੱਛਾ। ਔਰ ਇਹ ਜੇ ਕਮਿਟਮੈਂਟ ਫਿਊਚਰ 'ਚ ਬਦਲ ਵੀ ਜਾਂਦੀ ਹੈ ਤਾਂ ਤੁਹਾਡੇ ਤੇ ਕੋਈ ਉਹਦਾ ਅਸਰ ਨਹੀਂ ਪੈਂਦਾ। ਰੀਜ਼ਨ ਬੀਇੰਗ ਇਹ ਅੰਡਰਟੇਕਿੰਗ ਤੁਹਾਡੀ ਜ਼ਿੰਮੇਵਾਰੀ ਉਸ ਟਾਈਮ ਦੀ ਲਈ ਹੋਈ ਹੈ ਤਾਂ ਉਸ ਟਾਈਮ ਤੇ ਇਹ ਚੀਜ਼ ਤੁਸੀਂ ਐਸਟੈਬਲਿਸ਼ ਕਰ ਚੁੱਕੇ ਹੋ ਵੀ ਉਸ ਵਕਤ ਉਹ ਬੰਦਾ ਐਕਸੈਸਿਵ ਬਰਡਨ ਨਹੀਂ ਸੀ। ਹੁਣ ਇਸ ਤਰ੍ਹਾਂ ਤਾਂ ਫਰਜ਼ ਕੀਤਾ ਜੇ ਕੋਈ ਇੰਡੀਵਿਜੂਅਲ ਕੈਨੇਡਾ ਦੇ ਵਿੱਚ ਲੈਂਡ ਹੋ ਜਾਂਦਾ ਉਹਦੇ ਨਾਲ ਵੀ ਕੋਈ ਹਾਦਸਾ ਹੋ ਸਕਦਾ ਉਹ ਵੀ ਸਰਕਾਰ ਤੇ ਜ਼ਿੰਮੇਵਾਰੀ ਬਣ ਜਾਂਦਾ। ਸਰਕਾਰ ਨੂੰ ਉਹਦੀ ਟੇਕ ਕੇਅਰ ਕਰਨੀ ਪੈਂਦੀ ਹੈ। ਸੋ ਇਸ ਕੇਸ ਦੇ ਵਿੱਚ ਕਿਉਂਕਿ ਇੱਕ ਤੁਸੀਂ ਆਫਸੈਟ ਕਰਦੇ ਹੋ ਔਰ ਕੋਰਟ ਨੇ ਇਹ ਚੀਜ਼ਾਂ ਐਸਟੈਬਲਿਸ਼ ਕੀਤੀਆਂ ਹੋਈਆਂ ਨੇ ਔਰ ਇਹ ਇੱਕ ਲਾਅ ਦੇ ਵਿੱਚ ਥੋੜਾ ਜਿਹਾ ਆਪਾਂ ਕਹਿ ਸਕਦੇ ਆ ਵੀ ਇੱਕ ਇਸ਼ੂ ਵੀ ਰਿਹਾ ਤੇ ਆਮ ਕਰਕੇ ਇੱਕ ਪੁਰਾਣੇ ਕੇਸਿਸ ਦੇ ਵਿੱਚ ਤੁਸੀਂ ਸੁਣਿਆ ਹੋਊਗਾ ਬਹੁਤ ਇਹੋ ਜਿਹੇ ਵਿਅਕਤੀ ਸੀ ਜਿਹੜੇ ਆਪਣੇ ਡਿਪੈਂਡੈਂਟ ਬੱਚਿਆਂ ਨੂੰ ਛੱਡੇ ਆਏ ਸੀ ਜਾਣਦੇ ਹੋਏ ਵੀ। ਉਹ ਹੈ ਤਾਂ ਮਿਸਰਿਪਰੈਜ਼ੈਂਟੇਸ਼ਨ ਜੇ ਦੇਖਿਆ ਜਾਏ ਕਿਉਂਕਿ ਉਹਨਾਂ ਨੇ ਇਨਫੋਰਮੇਸ਼ਨ ਕੰਸੀਲ ਕੀਤੀ। ਕਿਉਂਕਿ ਉਹ ਇਨਫੋਰਮੇਸ਼ਨ ਕੰਸੀਲ ਹੋਣ ਦੇ ਨਾਲ ਉਹਨਾਂ ਨੇ ਆਪਣੀ ਐਪਲੀਕੇਸ਼ਨ ਨੂੰ ਤਾਂ ਸਕਸੈਸਫੁਲ ਕਰ ਲਿਆ ਬਟ ਉਹ ਐਕਚੁਅਲੀ ਕੈਨੇਡਾ ਦੇ ਵਿੱਚ ਹੋਣੇ ਹੀ ਨਹੀਂ ਚਾਹੀਦੇ ਸੀ। ਠੀਕ ਹੈ ਜੀ ਦੇਖਿਆ ਜਾਏ ਤਾਂ। ਬਟ ਕਿਉਂਕਿ ਹੁਣ ਜਿਵੇਂ ਡਿਸੇਬਲ ਚਾਈਲਡ ਜਾਂ ਜਿਹੜਾ ਡਿਪੈਂਡੈਂਟ ਚਾਈਲਡ ਹੈ ਇਹਦਾ ਮੁੱਦਾ ਹੈਗਾ ਤੁਸੀਂ ਜੇ ਤੁਹਾਡਾ ਚਾਈਲਡ ਡਿਸੇਬਲ ਹੈ ਔਰ ਤੁਸੀਂ ਉਹਨੂੰ ਸਾਬਤ ਕਰਦੇ ਹੋ ਡਿਪੈਂਡੈਂਟ ਹੈ ਤਾਂ ਉਹਨੂੰ ਬਾਹਰ ਨਾ ਕੱਢੋ। ਇਹ ਨਾ ਸੋਚੋ ਵੀ ਮੇਰੀ ਸਾਰੀ ਐਪਲੀਕੇਸ਼ਨ ਖਰਾਬ ਹੋ ਜਾਏਗੀ ਕਿਉਂਕਿ ਜੇ ਤੁਸੀਂ ਉਹਨੂੰ ਬਾਹਰ ਕੱਢਦੇ ਹੋ ਫਿਰ ਤੁਸੀਂ ਹੋਰ ਸੀਰੀਅਸ ਬ੍ਰੀਚ 'ਚ ਹੁੰਦੇ ਹੋ। ਪਹਿਲਾਂ ਤਾਂ ਤੁਸੀਂ ਬੱਚੇ ਤੋਂ ਹਮੇਸ਼ਾ ਲਈ ਉਹਨੂੰ ਕਹਿੰਦੇ ਨੇ ਧਾਰਾ 117(9)D ਇਹਦਾ ਮਤਲਬ ਹੈ ਐਕਸਕਲੂਡਡ ਰਿਲੇਸ਼ਨਸ਼ਿਪ 'ਚ ਆ ਗਿਆ। ਸੋ ਜੇ ਤੁਸੀਂ ਬੱਚੇ ਦਾ ਉਸ ਵਕਤ ਮੈਡੀਕਲ ਨਹੀਂ ਕਰਾਇਆ ਫੈਮਿਲੀ ਮੈਂਬਰ ਦਾ ਤਾਂ ਉਹ ਜਿਹੜੀ ਪਾਰਟ ਆਫ ਜਿਹੜਾ ਮੈਂਬਰ ਆਫ ਫੈਮਿਲੀ ਕਲਾਸ ਹੈ ਉਹ ਤੋਂ ਬਾਹਰ ਹੋ ਗਿਆ ਕੋਈ ਬੱਚਾ ਤਾਂ ਤੁਸੀਂ ਮੈਡੀਕਲ ਨਹੀਂ ਕਰਾਇਆ ਤਾਂ ਉਸ ਨੂੰ ਬਾਅਦ ਦੇ ਵਿੱਚ ਸਪਾਂਸਰਸ਼ਿਪ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਉਹ ਫਿਰ ਐਕਸਕਲੂਡਡ ਰਿਲੇਸ਼ਨਸ਼ਿਪ ਤੇ ਆ ਗਿਆ। ਸੈਕੰਡ ਜਿਹੜੀ ਪ੍ਰੋਬਲਮ ਹੁੰਦੀ ਹੈ ਮਿਸਰਿਪਰੈਜ਼ੈਂਟੇਸ਼ਨ ਹੈ ਕਿਉਂਕਿ ਇੱਕ ਐਰਰ ਇੰਡਿਊਸ ਹੋ ਸਕਦੀ ਸੀ ਆਫਿਸਰ ਤੋਂ ਜਾਂ ਹੋ ਗਈ ਹੈ ਬਿਕੋਜ਼ ਤੁਸੀਂ ਇਹ ਇਨਫੋਰਮੇਸ਼ਨ ਡਿਸਕਲੋਜ਼ ਹੀ ਨਹੀਂ ਕੀਤੀ ਵੀ ਇੱਕ ਡਿਪੈਂਡੈਂਟ ਚਾਈਲਡ ਜਿਹੜਾ ਡਿਸੇਬਲ ਹੈ ਔਰ ਜਿਹੜਾ ਐਕਸੈਸਿਵ ਬਰਡਨ ਲਿਆ ਸਕਦਾ ਹੈ ਉਹ ਚੀਜ਼ ਤਾਂ ਟੈਸਟ ਤੇ ਪਾਈ ਹੋਈ ਨਹੀਂ ਹੈਗੀ ਤਾਂ ਤੁਸੀਂ ਬਿਨਾਂ ਉਹ ਦੱਸੇ ਇਮੀਗ੍ਰੇਸ਼ਨ ਜਿਹੜੀ ਹੈ ਹਾਸਲ ਕਰ ਸਕਦੇ ਹੋ। ਤੁਹਾਡੀ ਇਮੀਗ੍ਰੇਸ਼ਨ ਜਿਹੜੀ ਹੈ ਉਹ ਲਈ ਵੀ ਜਾ ਸਕਦੀ ਹੈ ਵਾਪਸ ਵੀ ਕਰੀ ਜਾ ਸਕਦੀ ਹੈ। ਇਸੇ ਤਰ੍ਹਾਂ ਜਿਹੜੀ ਤੀਸਰੀ ਸਭ ਤੋਂ ਬੜੀ ਪ੍ਰੋਬਲਮ ਹੈਗੀ ਆ ਉਹ ਹੈਗਾ ਵੀ ਕਿਉਂਕਿ ਤੁਸੀਂ ਉਹ ਡਿਸਕਲੋਜ਼ ਨਹੀਂ ਕੀਤੀ ਇਨਫੋਰਮੇਸ਼ਨ ਤੇ ਬਾਅਦ ਦੇ ਵਿੱਚ ਉਹ ਤੁਸੀਂ ਜਦੋਂ ਸਪਾਂਸਰਸ਼ਿਪ ਨੂੰ ਦਾਇਰ ਕਰਦੇ ਹੋ ਤਾਂ ਫਿਰ ਤੁਹਾਡਾ ਕੇਸ ਜਿਹੜਾ ਹੈਗਾ ਸਭ ਤੋਂ ਪਹਿਲਾਂ ਅਸੈਸ ਕੀਤਾ ਜਾਂਦਾ ਤੁਹਾਡੀ ਆਪਣੀ ਜਿਹੜੀ ਰੈਜ਼ੀਡੈਂਸੀ ਹੈ ਉਹਨੂੰ ਟੈਸਟ ਤੇ ਪਾਇਆ ਜਾਂਦਾ ਵੀ ਤੁਹਾਡੀ ਰੈਜ਼ੀਡੈਂਸੀ ਰੱਖੀ ਜਾਵੇ ਜਾਂ ਤੁਹਾਡੇ ਖਿਲਾਫ ਜਿਹੜੀ ਹੈ ਰਿਪੋਰਟ 44 ਦੀ ਲਿਖੀ ਜਾਵੇ ਤੇ ਤੁਹਾਡੀ ਇਮੀਗ੍ਰੇਸ਼ਨ ਵਾਪਸ ਲਈ ਜਾਵੇ ਸਪਾਂਸਰ ਦੀ ਜੀ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਹੋਰ ਕੰਪਲਿਕੇਟ ਹੋ ਜਾਂਦੀਆਂ ਨੇ। ਸੋ ਸਟੇਜ 1 ਤੇ ਹੀ ਤੁਸੀਂ ਸਹੀ ਸਲਾਹ ਲੈ ਕੇ ਚੱਲੋ ਜੀ ਜਦੋਂ ਪੇਰੈਂਟਸ ਨੂੰ ਸਪਾਂਸਰ ਕਰਦੇ ਹੋ ਔਰ ਖਾਸ ਕਰਕੇ ਬਈ ਜੀ ਜਿਹੜੇ ਅਡਾਪਟਿਵ ਚਾਈਲਡ ਨੇ ਜੇ ਕਈ ਹੁਣ ਪਰਿਵਾਰ ਇਹੋ ਜਿਹੇ ਨੇ ਜਿੱਥੇ ਤੁਸੀਂ ਬੱਚੇ ਨੂੰ ਅਡਾਪਟ ਕੀਤਾ ਹੋਇਆ ਤੁਸੀਂ ਉਹਨੂੰ ਵੀ ਲਿਆ ਸਕਦੇ ਹੋ ਐਜ਼ ਅ ਡਿਪੈਂਡੈਂਟ ਚਾਈਲਡ ਉਹ ਸਟੈਪ ਚਾਈਲਡ ਨੂੰ ਵੀ ਲਿਆ ਸਕਦੇ ਹੋ। ਸੋ ਇਹ ਚੀਜ਼ਾਂ ਜਿਹੜੀ ਇਹ ਕਾਨੂੰਨੀ ਰਾਏ ਹੈ ਪਹਿਲਾਂ ਲਿਆ ਕਰੋ ਜੀ ਕਿਉਂਕਿ ਬਹੁਤ ਇਹੋ ਜਿਹੇ ਵਿਅਕਤੀ ਨੇ ਜਿਹੜੇ ਸਪਾਂਸਰਸ਼ਿਪ ਦੇ ਵਿੱਚ ਕਿਸੇ ਰਿਸ਼ਤੇਦਾਰ ਦੇ ਲੜਕੇ ਨੂੰ ਫਾਈਲ ਕਰ ਲਿਆ ਜਦੋਂ ਉਹ ਖੁਦ ਕੈਨੇਡਾ ਆਏ ਸੀ ਹੁਣ ਉਹਨੂੰ ਡਿਸਕਲੋਜ਼ ਨਹੀਂ ਕਰ ਰਹੇ ਤਾਂ ਇਹੋ ਜਿਹੇ ਬਹੁਤ ਇਸ਼ੂਜ਼ ਆ ਜਾਂਦੇ ਨੇ। ਫਿਰ ਜੀ ਹੁਣੀ ਤੁਸੀਂ ਇੱਕ ਬਹੁਤ ਪਤੇ ਦੀ ਗੱਲ ਕੀਤੀ ਹੈ ਬਹੁਤ ਸਾਰੇ ਲੋਕ ਨੇ ਉਹ ਇਸ ਡਰ ਕਰਕੇ ਕਿ ਸਾਡੀ ਫਾਈਲ ਰਿਜੈਕਟ ਨਾ ਹੋ ਜਾਏ ਕਿਸੇ ਵੱਡੇ ਬੱਚੇ ਨੂੰ ਫਾਈਲ 'ਚ ਜ਼ਿਕਰ ਹੀ ਨਹੀਂ ਕਰਦੇ ਕਿ ਸਾਡੇ ਕੋਈ ਹੋਰ ਬੱਚਾ ਪੁੱਤ ਧੀ ਸੀ ਜੀ। ਇਹਦਾ ਮਤਲਬ ਇਹ ਮਿਸਰੀਪ੍ਰੈਜ਼ੈਂਟੇਸ਼ਨ ਗਿਣਿਆ ਜਾਏਗਾ ਜੇ ਉਹਨੇ ਦੱਸਿਆ ਨਹੀਂ ਪਰ ਜੇ ਉਹ ਦੱਸ ਦਿੰਦੇ ਨੇ ਪਰ ਉਹਨੂੰ ਨਾਲ ਲਿਆਉਣਾ ਨਹੀਂ ਚਾਹੁੰਦੇ ਇੰਜ ਛੱਡਿਆ ਜਾ ਸਕਦਾ ਮਰਜ਼ੀ ਨਾਲ? ਨਹੀਂ ਜੀ ਨਹੀਂ। ਅੱਛਾ ਇੰਜ ਨਹੀਂ ਹੋ ਸਕਦਾ। ਬਹੁਤ ਵਧੀਆ ਸਵਾਲ ਹੈ। ਤੁਹਾਡੀ ਆਪਣੀ ਇੱਛਾ ਨਹੀਂ ਹੈ ਵੀ ਤੁਸੀਂ ਸਿਲੈਕਟ ਐਂਡ ਚੂਜ਼ ਕਰ ਲਓ ਨਹੀਂ ਕਰ ਸਕਦੇ। ਸਿਲੈਕਟ ਐਂਡ ਚੂਜ਼ ਜਿਹੜੀ ਹੈ ਬਹੁਤ ਰੇਅਰ ਸਰਕਮਸਟੈਂਸਸ ਬਣਦੇ ਆ ਬਈ ਜੀ ਜਿਵੇਂ ਫੋਰ ਐਗਜ਼ਾਮਪਲ ਪੋਲੀਗੈਮਸ ਰਿਲੇਸ਼ਨਸ਼ਿਪ ਹੈ ਜਿਵੇਂ
ਕੈਨੇਡਾ 'ਚ ਇਹ ਕਾਨੂੰਨ ਹੈ ਵੀ ਤੁਸੀਂ ਇੱਕ ਵਿਆਹ ਇੱਕ ਟਾਈਮ ਤੇ ਇੱਕ ਵਿਆਹ ਹੀ ਕਰ ਸਕਦੇ ਹੋ। ਸੋ ਉਸੇ ਤਰ੍ਹਾਂ ਹੁਣ ਕਈ ਕੰਟਰੀ 'ਚ ਅਲਾਉਡ ਹੈ ਵੀ ਤੁਸੀਂ ਇੱਕ ਟਾਈਮ ਤੇ ਕਰ ਸਕਦੇ ਹੋ। ਯੈਸ 2 ਜਾਂ 3 ਜਾਂ 4 ਕਰ ਸਕਦੇ ਹੋ। ਸੋ ਉਹਨਾਂ ਦੇ ਵਿੱਚ ਇਹ ਇੱਕ ਜਦੋਂ ਇਹੋ ਜਿਹਾ ਕੋਈ ਸਿਨੈਰੀਓ ਡਿਵੈਲਪ ਹੁੰਦਾ ਜਿੱਥੇ ਇੱਕ ਵਿਅਕਤੀ ਦੇ 3 ਸਪਾਊਸਸ ਨੇ, ਤਾਂ ਫਿਰ ਇਮੀਗ੍ਰੇਸ਼ਨ ਉਹਨੂੰ ਚਾਂਸ ਦਿੰਦੀ ਹੈ ਵੀ ਤੂੰ ਇਹਨਾਂ ਤਿੰਨਾਂ ਚੋਂ ਇੱਕ ਨੂੰ ਸਪਾਂਸਰ ਕਰ ਸਕਦਾ, ਆਪਣੇ ਨਾਲ ਲਿਆ ਸਕਦਾ, 2 ਨੂੰ ਨਾਲ ਨਹੀਂ ਲਿਆ ਸਕਦਾ। ਸੋ ਫਿਰ ਦੂਜੇ 117 9D ਦੇ ਅੰਦਰ ਆ ਜਾਂਦੇ ਨੇ ਐਕਸਕਲੂਡਡ ਰਿਲੇਸ਼ਨਸ਼ਿਪ ਤੇ, ਉਹਨਾਂ ਨੂੰ ਬਾਅਦ ਚੋਂ ਐਜ਼ ਅ ਸਪਾਊਸ ਸਪਾਂਸਰ ਨਹੀਂ ਕਰ ਸਕਦਾ। ਤੇ ਅੱਛਾ, ਹੁਣ ਮੈਨੂੰ ਇਹ ਦੱਸੋ, ਜਿਵੇਂ ਪਿਛਲੀ ਵਾਰੀ ਰੌਲਾ ਪਿਆ ਸੀ ਕਿ 3 4 5 ਮਿੰਟ ਦੇ ਵਿੱਚ ਮੇਰੇ ਵਰਗੇ ਹਜੇ ਪੇਪਰ ਹੀ ਦੇਖਦੇ ਸੀ ਕਿ ਕਿਹੜਾ ਕਿੱਥੇ ਪਿਆ ਤੇ ਕਰੀਏ, ਕਿਉਂਕਿ ਹਰ ਇੱਕ ਬੰਦਾ ਤਜਰਬੇਕਾਰ ਨਹੀਂ। ਈਵਨ ਜਿਹੜੇ ਤਜਰਬੇਕਾਰ ਸੀ ਉਹ ਵੀ ਆਪਣੀ ਫਾਈਲ ਪ੍ਰੋਸੈਸ ਨਾ ਕਰ ਸਕੇ। ਜਿਹੜੀਆਂ ਇਸ ਵਾਰ ਇਹ ਫਾਈਲਸ ਲਈਆਂ ਜਾ ਰਹੀਆਂ ਨੇ, ਇਹ ਕਿਵੇਂ ਲਈਆਂ ਜਾ ਰਹੀਆਂ ਨੇ ਤੇ ਕਦੋਂ ਤੱਕ ਲਈਆਂ ਜਾਣਗੀਆਂ? ਜੀ, ਇਹ ਬਾਈ ਜੀ ਲਈਆਂ ਜਾ ਰਹੀਆਂ ਨੇ ਥਰੂ ਅ ਪੂਲ ਸਿਸਟਮ। ਸਰਕਾਰ ਨੇ ਜਿਹੜਾ 3 ਨਵੰਬਰ ਤੱਕ ਇਹ ਪੂਲ ਨੂੰ ਖੋਲ੍ਹਿਆ ਹੋਇਆ। 3 ਨਵੰਬਰ 2020 ਤੱਕ ਤੁਸੀਂ ਐਪਲੀਕੇਸ਼ਨ ਦਾਇਰ ਕਰ ਸਕਦੇ ਹੋ। ਇਨੀਸ਼ੀਅਲ ਜਿਹੜੀ ਇਨਫੋਰਮੇਸ਼ਨ ਹੈ, ਸਰਕਾਰ ਬਹੁਤ ਥੋੜ੍ਹੀ ਇਨਫੋਰਮੇਸ਼ਨ ਲੈ ਰਹੀ ਹੈ, ਬਟ ਇਹ ਇੰਪੋਰਟੈਂਟ ਇਨਫੋਰਮੇਸ਼ਨ ਹੈ ਜਿਹੜੀ ਉਹ ਲੈ ਰਹੇ ਨੇ, ਕਿਉਂਕਿ ਜੇ ਤੁਹਾਡੀ ਹੁਣ ਦੀ ਦਿੱਤੀ ਇਨਫੋਰਮੇਸ਼ਨ ਤੇ ਸਪਾਂਸਰਸ਼ਿਪ ਦੀ ਇਨਫੋਰਮੇਸ਼ਨ ਦੇ ਵਿੱਚ ਕੋਈ ਫਰਕ ਹੋਇਆ ਤਾਂ ਫਿਰ ਤੁਹਾਡੀ ਐਪਲੀਕੇਸ਼ਨ ਜਿਹੜੀ ਹੈ ਉਹ ਫਿਊਚਰ 'ਚ ਐਕਨੋਲੇਜ ਨਹੀਂ ਕੀਤੀ ਜਾਊਗੀ, ਸਸਪੈਂਡ ਕਰਤੀ ਜਾਊਗੀ। ਇਸ ਤੋਂ ਇਲਾਵਾ ਜਿਹੜੀ ਸਿਲੈਕਸ਼ਨ ਹੈ, ਉਹ ਸਰਕਾਰ ਨੇ ਹੁਣ ਕਿਹਾ ਵੀ ਅਸੀਂ ਸਿਲੈਕਸ਼ਨ, ਜਿਵੇਂ ਪੁਰਾਣੇ ਸਮੇਂ ਦੇ ਵਿੱਚ ਜਿਹੜੀ ਸਿਲੈਕਸ਼ਨ ਹੋਈ ਸੀ ਉਹ ਵੀ ਇੱਕ ਇਸ਼ੂ ਰਿਹਾ ਸੀ, ਬਹੁਤ ਕੰਟਰੋਵਰਸੀ ਦਾ ਪਾਰਟ ਰਿਹਾ ਸੀ, ਕਿਉਂਕਿ ਸਰਕਾਰ ਨੇ ਜਿਹੜੀ ਸਿਲੈਕਸ਼ਨ ਸੀ ਉਹ ਥਰੂ ਐਕਸਲ ਸ਼ੀਟ ਦੇ ਥਰੂ ਸਿਲੈਕਸ਼ਨ ਕੀਤੀ ਸੀ। ਬਟ ਹੁਣ ਸਰਕਾਰ ਕਹਿ ਰਹੀ ਹੈ ਵੀ ਅਸੀਂ ਇੱਕ ਕੰਪਲੈਕਸ ਐਲਗੋਰਿਦਮ ਯੂਜ਼ ਕਰ ਰਹੇ ਹਾਂ ਜਿਹੜਾ ਕਿ ਇੱਕ ਫੇਅਰ ਹੋਏਗਾ ਸਾਰੇ ਇੰਡੀਵਿਜੂਅਲਸ ਲਈ, ਤੋ ਹਿਊਮਨ ਉਹਦੇ 'ਚ ਇਨਵੋਲਵ ਨਹੀਂ ਹੋਏਗਾ। ਅਸੀਂ ਥਰੂ ਆਰਟੀਫਿਸ਼ੀਅਲ ਇੰਟੈਲੀਜੈਂਸ ਜਿਵੇਂ ਇੱਕ ਫੇਅਰ ਚਾਂਸ ਦੇਵਾਂਗੇ, ਸਪਰੈਡ ਆਊਟ ਕਰਾਂਗੇ ਔਰ ਈਵਨਲੀ ਜਿਵੇਂ ਚੈਰੀ ਪਿਕ ਕਰਾਂਗੇ ਜਿਹੜੇ ਇੰਡੀਵਿਜੂਅਲ ਨੇ। ਤੋ ਦੇਖਣਾ ਇਹ ਹੋਏਗਾ ਵੀ, ਕਿਉਂਕਿ ਨੰਬਰ ਵੀ ਵੱਧ ਰਿਹਾ ਬਾਈ ਜੀ, ਸਪਾਂਸਰਸ਼ਿਪ ਦੀ ਜਿਹੜੇ ਐਲੀਜੀਬਲ ਸਪਾਂਸਰਸ ਨੇ ਉਹਦਾ ਵੀ ਨੰਬਰ ਹਰ ਸਾਲ ਵੱਧ ਰਿਹਾ। ਤੋ ਹਰ ਸਾਲ ਜਦੋਂ ਤੁਸੀਂ 3.5 ਲੱਖ ਬੰਦੇ ਨੂੰ ਇਮੀਗ੍ਰੈਂਟ ਜਾਂ PR ਬਣਾ ਲੈਂਦੇ ਹੋ, ਉਹ 'ਚੋਂ ਬਹੁਤ ਬੜੀ ਗਿਣਤੀ ਹੈ ਜਿਹੜੀ ਆਪਣੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਨੂੰ ਬੁਲਾਉਣਾ ਚਾਹੁੰਦੀ ਹੈ। ਤੋ ਇਸ ਕਰਕੇ ਇਹ ਜਿਹੜੀ ਪੂਲ ਹੈ ਵੱਧਦਾ ਜਾਣਾ ਹੈ, ਡੇ ਬਾਏ ਡੇ ਵੱਧਦਾ ਜਾਣਾ, ਕੰਪੈਰੀਟਿਵ ਹੁੰਦਾ ਜਾਣਾ। ਇਸ ਕਰਕੇ ਸਰਕਾਰ ਜਿਵੇਂ ਹੁਣ ਜਿਹੜੀ ਸੈਕੰਡ ਰਾਊਟ ਦਿੱਤਾ ਹੋਇਆ ਵੀ ਜਿਹੜੇ ਬੰਦੇ ਇਹਦੇ ਵਿੱਚ ਕੁਆਲੀਫਾਈ ਨਹੀਂ ਕਰਦੇ ਬਟ ਉਹਨਾਂ ਦੇ ਪੇਰੈਂਟਸ ਨੂੰ ਕੈਨੇਡਾ ਹੋਣਾ ਬਹੁਤ ਜ਼ਰੂਰੀ ਹੈ, ਉਹਦੇ ਲਈ ਇੱਕ ਸਾਈਡ ਤੋਂ ਲਾਈਨ ਸਰਕਾਰ ਨੇ ਲਾਈ ਹੋਈ ਹੈ। ਬਟ ਉਹ ਜਿਹੜੀ ਸਾਈਡ ਤੇ ਲਾਈਨ ਲੱਗੀ ਹੈ ਉਹ ਇੱਕ ਮਿਨਿਸਟਰ ਡੈਲੀਗੇਟ ਆ ਜਿਹੜੀ ਉਹਨੂੰ ਡਿਸੀਜਨ ਦਿੰਦਾ ਕੇਸਿਸ ਨੂੰ। ਉਹਦੇ ਵਿੱਚ ਉਹ ਦੇਖਦੇ ਨੇ ਵੀ ਇਹ ਇੰਡੀਵਿਜੂਅਲ ਨੂੰ ਇਜਾਜ਼ਤ ਦਿੱਤੀ ਜਾਵੇ ਔਨ ਦਾ ਬੇਸਿਸ ਆਫ ਜੇ ਉਹਨਾਂ ਦੇ ਐਕਸੈਸਿਵ ਹਾਰਡਸ਼ਿਪਸ ਨੇ ਔਰ ਬਿਯੋਂਡ ਇੱਕ ਕੰਪੈਲਿੰਗ ਗਰਾਊਂਡ ਵੀ ਉਹਨਾਂ ਕੋਲ ਹਾਰਡਸ਼ਿਪਸ ਦਾ ਔਰ ਬਿਯੋਂਡ ਉਹਨਾਂ ਦੇ ਕੰਟਰੋਲ ਤੇ ਹੈ, ਉਹਨਾਂ ਕੋਲ ਕੋਈ ਆਲਟਰਨੇਟ ਅਰੇਂਜਮੈਂਟ ਨਹੀਂ ਹੈ ਜਾਂ ਆਲਟਰਨੇਟ ਕੋਈ ਆਪਸ਼ਨ ਨਹੀਂ ਹੈ ਇਸ ਨੂੰ ਅਲੀਵੀਏਟ ਕਰਨ ਦਾ, ਰਾਈਟ। ਸੋ ਇਸ ਕਰਕੇ ਜਿਹੜੇ ਬੰਦੇ ਇਸ ਸਪਾਂਸਰਸ਼ਿਪ ਪੂਲ ਦੇ ਵਿੱਚ ਨਹੀਂ ਆਉਣਗੇ ਉਹਨਾਂ ਲਈ ਜਿਹੜੀ ਆਪਸ਼ਨ B ਵੀ ਰੱਖੀ ਹੋਈ ਹੈ ਸਰਕਾਰ ਨੇ ਵੀ ਤੁਸੀਂ ਆਪਸ਼ਨ B 'ਚ ਅਪਲਾਈ ਕਰ ਦਿਓ। ਪਰ ਆਪਸ਼ਨ B 'ਚ ਅਪਲਾਈ ਕਰਨ ਲਈ ਹਰੇਕ ਵਿਅਕਤੀ ਐਲੀਜੀਬਲ ਨਹੀਂ ਹੈ, ਹਰੇਕ ਵਿਅਕਤੀ ਉਹਦੇ 'ਚ ਉਸ ਲਾਈਨ 'ਚ ਨਹੀਂ ਲੱਗ ਸਕਦਾ। ਆਪਾਂ ਕਿਸ ਤਰ੍ਹਾਂ ਆਪਸ਼ਨ B ਕੀ ਆ ਉਹਦੇ ਤੇ ਗੱਲਬਾਤ ਕਰਾਂਗੇ। ਸਮਾਂ ਲਗਭਗ ਸਮਾਪਤ ਹੈ। ਜਾਣ ਤੋਂ ਪਹਿਲਾਂ ਦਰਸ਼ਕਾਂ ਨੇ ਤੁਹਾਡੇ ਨਾਲ ਸੰਪਰਕ ਕਰਨਾ ਹੋਵੇ, ਇਸ ਕੇਸ ਦੇ ਮੁਤਲਕ ਫੈਮਿਲੀ ਨੂੰ ਸੱਦਣ ਦੀ ਯੂਨੀਫਿਕੇਸ਼ਨ ਦੇ ਬਾਬਤ ਗੱਲਬਾਤ ਕਰਨੀ ਹੋਵੇ ਜਾਂ ਕਿਸੇ ਹੋਰ ਕੇਸ ਦੇ ਮੁਤਲਕ ਗੱਲਬਾਤ ਕਰਨੀ ਹੋਵੇ, ਕਿੱਥੇ ਸੰਪਰਕ ਕਰਨ ਜੀ? ਸਾਡੇ ਆਫਿਸ ਨੂੰ ਕਰਿਆ ਜਾ ਸਕਦਾ। ਸਾਡੀ ਵੈਬਸਾਈਟ ਹੈਗੀ ਹੈ www.cwgcanada.com। ਉੱਥੇ ਜਾ ਕੇ ਸਾਡੇ ਜਿਵੇਂ ਆਫਿਸ ਹੈ ਸਰੀ ਦੇ ਵਿੱਚ ਹੈ, ਐਬਸਫੋਰਡ ਦੇ ਵਿੱਚ ਹੈ ਜਾਂ ਬਰੈਂਪਟਨ ਦੇ ਵਿੱਚ ਹੈ, ਉੱਥੇ ਤੁਸੀਂ ਕਾਲ ਕਰਕੇ ਜਿਹੜੀ ਅਸੈਸਮੈਂਟ ਉਹ ਫ੍ਰੀ ਆਫ ਕਾਸਟ ਹੈ ਕਰੀ ਜਾਂਦੀ ਹੈ। ਤੁਹਾਡਾ ਕੌਨਫੀਡੈਂਸ਼ੀਅਲ ਇਨਫੋਰਮੇਸ਼ਨ ਹੈ, ਕੋਈ ਵੀ ਤੁਸੀਂ ਪੇਰੈਂਟਸ ਗ੍ਰੈਂਡ ਪੇਰੈਂਟਸ ਜਾਂ ਡਿਪੈਂਡੈਂਟ ਚਾਈਲਡ ਹੈ ਜਾਂ ਪ੍ਰੀਵੀਅਸ ਤੁਹਾਡੀ ਕੋਈ ਸਪਾਂਸਰਸ਼ਿਪ ਐਗਜ਼ਿਸਟਿੰਗ ਸੀਗੀ ਜਾਂ ਕੋਈ ਇਸ਼ੂਜ਼ ਇਨਵੋਲਵ ਨੇ ਪ੍ਰੀਵੀਅਸ ਸਪਾਂਸਰਸ਼ਿਪ ਦੇ ਵਿੱਚ ਤੇ ਤੁਸੀਂ ਹੁਣ ਪੇਰੈਂਟਸ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ। ਬਹੁਤ ਹੀ ਐਪਲੀਕੇਸ਼ਨਾਂ ਬਾਈ ਜਿਹੜੀਆਂ ਪਿਛਲੇ ਟਾਈਮ ਤੇ ਮਿਸਰਿਪਰੈਜ਼ੈਂਟੇਸ਼ਨ ਕਰਕੇ ਰਿਫਿਊਜ਼ ਹੋ ਗਈਆਂ, ਪੇਰੈਂਟਸ ਨਹੀਂ ਆ ਸਕੇ ਜਾਂ ਪੇਰੈਂਟਸ ਉਹਨਾਂ ਦੇ ਪੁਲਿਸ ਦੇ ਵਿੱਚ ਸੀ ਜਾਂ ਮਿਲਟਰੀ ਦੇ ਵਿੱਚ ਸੀ, ਖਾਸ ਕਰਕੇ ਉਹ ਵੀ ਇੱਕ ਧਾਰਾ ਹੈਗੀ, ਉਹਦੇ ਬਾਰੇ ਆਪਾਂ ਫਿਊਚਰ ਜ਼ਰੂਰ ਗੱਲ ਕਰਾਂਗੇ ਵੀ ਉਹਨਾਂ ਨੂੰ ਵੀ ਰੋਕਿਆ ਜਾਂਦਾ ਇੰਡੀਵਿਜੂਅਲਸ ਨੂੰ। ਸੋ ਇਹੋ ਜਿਹੇ ਕੋਈ ਇਸ਼ੂਜ਼ ਹੈਗੇ ਆ ਤਾਂ ਡੈਫੀਨਿਟਲੀ ਸਾਡੇ ਆਫਿਸ ਦੇ ਵਿੱਚ ਬਾਈ ਜੀ ਸਲਾਹ ਕਰ ਸਕਦੇ ਹੋ ਔਰ ਫਿਰ ਇਨਫੋਰਮੇਸ਼ਨ ਗੈਦਰ ਕਰ ਸਕਦੇ ਹੋ, ਕਿਉਂਕਿ ਅਸੀਂ ਵੀ ਇਹ ਚਾਹੁੰਦੇ ਹਾਂ ਵੀ ਜਿਹੜੇ ਡਿਜ਼ਰਵਿੰਗ ਕੈਂਡੀਡੇਟਸ ਨੇ ਉਹੀ ਪੂਲ ਦੇ ਵਿੱਚ ਜਾਣ ਤਾਂ ਕਿ ਉਹ ਜਿਹੜਾ ਕਿਸੇ ਦਾ ਜਿਹੜਾ ਡਿਜ਼ਰਵਿੰਗ ਕੈਂਡੀਡੇਟ ਉਹਦਾ ਹੱਕ ਨਾ ਮਾਰਿਆ ਜਾਵੇ। ਬਿਲਕੁਲ ਠੀਕ ਹੈ ਜੀ। ਸੋ ਐਨੀ ਟਾਈਮ ਸਾਡੇ ਆਫਿਸ ਕਾਲ ਕਰਕੇ ਬਾਈ ਜੀ ਫ੍ਰੀ ਆਫ ਕਾਸਟ ਅਸੈਸਮੈਂਟ ਜਿਹੜੀ ਉਹ ਕਰੀ ਜਾ ਸਕਦੀ। ਬਾਈ ਜੀ ਸਮਾਂ ਦਿੱਤਾ ਤੁਹਾਡਾ ਧੰਨਵਾਦ। ਥੈਂਕ ਯੂ। ਦੋਸਤੋ, ਇਹ ਸਨ CWC ਇਮੀਗ੍ਰੇਸ਼ਨ ਤੋਂ ਅਮਨ ਖਹਿਰਾ, ਜਿਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਕਿ ਮਾਪੇ ਸੱਦਣ ਤੋਂ ਪਹਿਲਾਂ, ਫਾਈਲ ਲਗਾਉਣ ਤੋਂ ਪਹਿਲਾਂ ਕਿਹੜੀਆਂ ਖਾਸ ਤੌਰ ਤੇ ਗੱਲਾਂ ਦਾ ਧਿਆਨ ਰੱਖਣ ਦੀ ਜ਼ਰੂਰਤ ਹੈ। ਉਮੀਦ ਹੈ ਤੁਹਾਨੂੰ ਸਾਡਾ ਅੱਜ ਦਾ ਇਹ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ। ਸਮਾਂ ਸਮਾਪਤ ਹੈ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾ ਦਿਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ। ਤੁਸੀਂ ਦੇਖਦੇ ਰਹੋ ਸਾਂਝਾ TV।